ਜਨਮ ਜਨਮ ਦੀ ਕੱਟੀਐ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜਪ ਹਰ ਹਰ ਜਪ ਹਰ ਹਰ ਨਾਮ ਮੇਰੇ ਮਨ ਭਾਇਆ ਰਾਮ। ਗੁਰਮੁਖ ਮੁਖ ਗੁਰਮੁਖ ਮੁਖ ਗੁਰਮੁਖ ਜਪ ਸਭ ਰੋਗ ਗਵਾਇਆ ਰਾਮ। ਜਪ ਹਰ ਹਰ ਜਪ ਹਰ ਹਰ ਨਾਮ ਮੇਰੇ ਮਨ ਭਾਇਆ ਰਾਮ। ਮੁਖ ਗੁਰਮੁਖ ਮੁਖ ਗੁਰਮੁਖ ਜਪ ਸਭ ਰੋਗ ਗਵਾਇਆ ਰਾਮ। ਸਭ ਰੋਗ ਗਵਾਇਆ ਅਰੋਗਤ ਭਏ ਸ਼ਰੀਰਾ। ਅਨ ਦਿਨ ਸਹਿਜ ਸਮਾਧ ਹਰ ਲਾਗੀ ਹਰ ਜਪਿਆ ਗਹਿਰ ਗੰਭੀਰਾ। ਜਾਤ ਅਜਾਤ ਨਾਮ ਜਿਨ ਧਿਆਇਆ ਤਿਨ ਪਰਮ ਪਦਾਰਥ ਪਾਇਆ। ਜਪ ਹਰ ਹਰ ਜਪ ਹਰ ਹਰ ਨਾਮ ਮੇਰੇ ਮਨ ਭਾਇਆ। ਜਾਤ ਅਜਾਤ ਨਾਮ ਜਿਨ ਧਿਆਇਆ ਤਿਨ ਪਰਮ ਪਦਾਰਥ ਪਾਇਆ। ਜਪ ਹਰ ਹਰ ਜਪ ਹਰ ਹਰ ਨਾਮ ਮੇਰੇ ਮਨ ਭਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ, ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈਏ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਚੇਤਰਾਜਵੀ ਅੰਮ੍ਰਿਤ ਵੇਲੇ ਸਾਚੇ ਸਾਹਿਬ ਦੀ ਬਖਸ਼ਿਸ਼ ਦਾ ਦਰ ਖੁੱਲ੍ਹਿਆ, ਸਾਨੂੰ ਉਪਦੇਸ਼ ਪ੍ਰਾਪਤ ਹੋਇਆ। ਸਾਡੇ ਵਾਸਤੇ ਸ਼੍ਰੀ ਮੁਖ ਵਾਕ ਦੇ ਰਾਹੀਂ ਬਖਸ਼ਿਸ਼ ਵਰਤੀ। ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ, ਬਿਨਸੈ ਨਾਮ ਵਿਸਾਰੀ।
ਮਹਾਰਾਜ ਨੇ ਬਹੁਤ ਸਪਸ਼ਟ ਲਫ਼ਜ਼ਾਂ 'ਚ ਇਹ ਖੁਲਾਸੇ ਕੀਤੇ ਨੇ ਕਿ ਭਾਈ ਉਸ ਕਰਤਾ ਪੁਰਖ ਦੇ ਨਾਮ ਤੋਂ ਬਿਨਾਂ ਬਾਕੀ ਜੋ ਕੁਝ ਵੀ ਹੈ ਉਹ ਮਨੁੱਖ ਦੇ ਲਈ ਬੰਧਨ ਬਣ ਸਕਦਾ ਹੈ, ਤੇ ਨਾਮ ਸਾਰੇ ਬੰਧਨ ਤੋੜ ਸਕਦਾ ਹੈ। ਬਸ ਇਹੀ ਗੱਲ ਸਾਨੇ ਸਮਝਣੀ ਹੈ। ਦੁਨੀਆ ਦਾ ਹਰ ਕਰਮ ਬੰਧਨ ਹੋ ਜਾਂਦਾ ਹੈ, ਤੇ ਸਿਆਣੇ ਮੰਨਦੇ ਨੇ ਹਰ ਕਰਮ ਕਰਦਿਆਂ ਨਾਮ ਜਪਿਆ ਜਾਏ ਤੇ ਉਹ ਭਗਤੀ ਹੋ ਜਾਂਦਾ ਹੈ, ਕਿਉਂਕਿ ਭਗਤੀ ਵਾਲੇ ਵੀ ਤੇ ਕੁਝ ਕਰਮ ਹੀ ਕਰਦੇ ਨਾ ਜਿਹਨੂੰ ਆਪਾਂ ਭਗਤ ਕਹਿੰਦੇ ਹਾਂ, ਕਿਉਂਕਿ ਭਗਤੀ ਦਾ ਆਪਣਾ ਕੋਈ ਕਰਮ ਤੇ ਹੈ ਹੀ ਨਹੀਂ। ਬੇਸ਼ੱਕ ਗਿਆਨੀਆਂ ਨੇ 9 ਪ੍ਰਕਾਰ ਮੰਨ ਲਏ ਨੇ ਕਿ ਜਿਵੇਂ ਬਚਨ ਪੜ੍ਹਦੇ ਨੇ ਭਗਤੀ 9 ਪ੍ਰਕਾਰਾ, ਗਿਆਨੀਆਂ ਨੇ ਭਗਤੀ ਦੇ 9 ਪ੍ਰਕਾਰ ਢੰਗ ਮੰਨ ਲਏ ਨੇ, ਪਰ ਕੋਈ ਕਰਮ ਨਹੀਂ ਮੰਨ ਪਾਏ ਕਿ ਦੇਖੋ ਜੀ ਫੁੱਲ ਰੱਖੋਗੇ ਤਾਂ ਹੀ ਭਗਤੀ ਹੈ, ਮਾਲਾ ਫੇਰੋਗੇ ਤਾਂ ਹੀ ਭਗਤੀ ਹੈ, ਜਲ ਚੜਾਓਗੇ ਤਾਂ ਹੀ ਭਗਤੀ। ਇਹ ਕੋਈ ਐਸਾ ਵਿਸ਼ੇਸ਼ ਕਰਮ ਭਗਤੀ ਦੇ ਨਾਂ 'ਤੇ ਨਹੀਂ ਹੈ। ਸਿਆਣੇ ਮੰਨਦੇ ਨੇ ਕਿ ਪ੍ਰੇਮ ਦੇ ਨਾਲ ਸਮਰਪਿਤ ਹੋ ਕੇ ਜੋ ਕੁਝ ਵੀ ਕਰਦੇ ਹੋ ਸਭ ਭਗਤੀ ਹੈ। ਸ਼ਾਇਦ ਇਸੇ ਕਰਕੇ ਲੋਕਾਂ ਨੇ ਭਗਤੀ ਦੇ ਤੇ ਭਗਤ ਦੇ ਜੋ ਅਰਥ ਕਰਦੇ ਕਰਦੇ ਦਾਰਸ਼ਨਿਕ ਵਿਚਾਰਧਾਰਾ ਵਾਲੇ ਨੇ ਕਹਿੰਦੇ ਨੇ ਕਿ ਜੋ ਪ੍ਰਮਾਤਮਾ ਦੇ ਭੈ ਵਿੱਚ ਰਹੇ, ਜਿਸ ਨੂੰ ਪ੍ਰਮਾਤਮਾ ਦੀ ਬਖਸ਼ਿਸ਼ਾਂ ਦਾ, ਪ੍ਰਮਾਤਮਾ ਦਾ ਗਿਆਨ ਹੈ, ਅਤੇ ਜੋ ਪ੍ਰਮਾਤਮਾ ਦੀ ਬਖਸ਼ਿਸ਼ ਦੇ ਸਦਕੇ ਵਿਕਾਰਾਂ ਦਾ ਤਿਆਗ ਕਰ ਦਿੰਦਾ ਹੈ, ਉਹ ਭਗਤ ਹੈ। ਉਹ ਪ੍ਰੇਮ ਦੇ ਵਿੱਚ ਜੋ ਕੁਝ ਵੀ ਕਰਦਾ ਹੈ ਅਤੇ ਸਮਰਪਿਤ ਕਰ ਦਿੰਦਾ ਆਪਣੇ ਗੁਰੂ ਕਰਤੇ ਨੂੰ, ਉਹ ਗੁਰੂ ਭਗਤੀ ਹੋ ਜਾਂਦੀ ਹੈ। ਅਤੇ ਮਹਾਰਾਜ ਕਹਿੰਦੇ ਕਿ ਕਿਸ ਤੋਂ ਬਿਨਾਂ ਜੋ ਕੁਝ ਵੀ ਕਰਮ ਕਰਦੇ ਬੰਧਨ ਬਣ ਜਾਂਦੇ ਨੇ। ਪ੍ਰੇਮ ਤੋਂ ਬਿਨਾਂ, ਸਮਰਪਣ ਤੋਂ ਬਿਨਾਂ ਕੁਛ ਵੀ ਕੀਤਾ ਜਾਏਗਾ ਤੇ ਉਹ ਬੰਧਨ ਹੋਵੇਗਾ। ਹਾਲਾਂਕਿ ਗੱਲ ਸਾਨੂੰ ਸੁਣਨ, ਸਮਝਣ, ਪੜ੍ਹਨ 'ਚ ਭਾਰੀ ਜਿਹੀ ਲੱਗਦੀ ਕਿ ਫਿਰ ਅਸੀਂ ਤਾਂ ਬਹੁਤ ਕੁਝ ਕਰ ਰਹੇ ਹਾਂ, ਸਾਰਾ ਕੁਝ ਉਸੇ ਖੇਤਰ 'ਚ ਹੀ ਹੈ ਨਾ, ਕੀ ਬੰਧਨ ਹੋ ਜਾਏਗਾ? ਹਾਂ, ਜੇ ਇਹਦੇ 'ਚ ਪ੍ਰੇਮ ਸਾਡਾ ਨਹੀਂ ਹੈ। ਮਹਾਰਾਜ ਦਾ ਇੱਕ ਹੋਰ ਬਚਨ ਸੀ ਇਹਦੇ ਨਾਲ ਜੁੜਦਾ ਮਿਲਦਾ, ਪੜ੍ਹਦੇ ਹੁੰਦੇ ਆ, ਬੱਧਾ ਚੱਟੀ ਜੋ ਭਰੇ, ਬੱਧੇ ਰੁੱਧੀ ਆਏ, ਕਿਸੇ ਕਹਿ ਤਾਂ ਜ਼ਰੂਰ ਜਾਣਾ ਜੀ, ਠੀਕ ਹੈ ਜਾ ਰਹੇ ਹਾਂ। ਕਿਸੇ ਨੇ ਸਾਡੇ 'ਤੇ ਪ੍ਰੈਸ਼ਰਾਈਜ਼ ਕਰਤਾ, ਨਹੀਂ ਇੰਨੇ ਤੋਂ ਇੰਨੇ ਵਜੇ ਤੋਂ ਬੈਠਣਾ ਹੀ ਬੈਠਣਾ, ਜਾ ਕੇ ਬੈਠ ਕੇ ਆ ਕੇ, ਅਤੇ ਮਨ ਕਿੱਥੇ ਹੈ? ਮਨ ਤਾਂ ਉਸ ਕਹਿਣ ਵਾਲੇ ਨੂੰ ਕੋਸ ਰਿਹਾ ਵੀ ਕਿੱਥੇ ਫਸਾਤਾ ਹੀ, ਜਾ ਕੇ ਬਿਠਾ ਦਿੱਤਾ ਹੀ। ਅਤੇ ਅਸੀਂ ਬੱਧੇ ਹਾਂ, ਚੱਟੀ ਭਰ ਰਹੇ ਹਾਂ, ਅਤੇ ਨਾ ਗੁਣ ਨਾ ਉਪਕਾਰ, ਨਾ ਤਾਂ ਸਾਨੂੰ ਕੋਈ ਗੁਣ ਪ੍ਰਾਪਤ ਹੋਣਾ ਹੈ ਅਤੇ ਨਾ ਕੋਈ ਭਲਾ ਹੋਣਾ ਹੈ। ਫਿਰ ਕੀ ਕਰੀਏ? ਕੋਈ ਵੀ ਕੰਮ ਕਰੀਏ ਬੱਧੇ ਰੁੱਤੀ ਨਾ ਕਰੀਏ। ਸਿਆਣੇ ਤੇ ਤੱਕ ਮੰਨਦੇ ਨੇ ਕਿ ਕੋਈ ਵੀ ਕੰਮ ਜੀਵਨ ਦਾ ਜੋ ਸਰੀਰ ਨਾਲ ਸੰਬੰਧਿਤ ਹੈ, ਮਨ ਦੇ ਨਾਲ ਸੰਬੰਧਿਤ ਹੈ, ਉਹ ਕਰੀਏ ਅਤੇ ਪ੍ਰੇਮ ਨਾਲ ਕਰੀਏ। ਅਤੇ ਜਦੋਂ ਪ੍ਰੇਮ ਨਾਲ ਕੰਮ ਕਰਾਂਗੇ ਅਤੇ ਫਿਰ ਇੱਥੇ ਗੁਰੂ ਨਾਨਕ ਜੀ ਲੈ ਕੇ ਤੁਰਦੇ ਨੇ ਇੱਥੋਂ ਅੱਗੇ ਵੀ ਕਰਮ ਕਰਦਿਆਂ ਕਰਦਿਆਂ ਤੂੰ ਇਕੱਲਾ ਪ੍ਰੇਮ ਹੀ ਨਾ ਕਰਦਾ ਜੇ, ਪ੍ਰੇਮ ਦੇ ਵਿੱਚ ਉਹਦਾ ਨਾਮ ਵੀ ਲੈ ਲਈ। ਜਿਸ ਨੂੰ ਪ੍ਰੇਮ ਕਰਨਾ ਹੈ ਅਤੇ ਜਿਸ ਨੂੰ ਤੂੰ ਆਪਣਾ ਕਰਮ ਸਮਰਪਿਤ ਕਰਨਾ ਹੈ, ਉਹਦਾ ਨਾਂ ਲਈ ਜਾ। ਵਾਹਿਗੁਰੂ 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 ਜਪੀ ਜਾ। ਜਿਹਨੂੰ ਕਹਿੰਦੇ ਨੇ ਕਿਰਤ ਕਰੋ ਅਤੇ ਨਾਮ ਜਪੋ। ਅਸੀਂ ਕਿੱਥੇ ਵੀ ਖੜ੍ਹੇ ਹਾਂ, ਕਿੱਥੇ ਵੀ ਕੰਮ ਕਰਦੇ ਹਾਂ, ਕਾਰ ਵਿਹਾਰ ਕਰਦੇ ਹਾਂ, ਜੋ ਕੁਝ ਵੀ ਕਰਦੇ ਨੇ, ਕਿਰਤ ਬਖਸ਼ੀ ਹੋਈ ਹੈ, ਕਰਨੀ ਹੈ। ਤੂੰ ਕਰਦਿਆਂ ਕਰਦਿਆਂ ਧਿਆਨ ਆਪਣੇ ਗੁਰੂ ਕਰਤੇ ਦਾ ਸਾਹਿਬ ਤੁਹਾਡੀ ਕਿਰਪਾ ਦੇ ਨਾਲ ਤੁਸਾਂ ਖੜ੍ਹੇ ਕੀਤਾ ਅਤੇ ਖੜ੍ਹੇ ਹਾਂ, ਤੁਸੀਂ ਚਲਾਇਆ ਅਤੇ ਚੱਲੇ ਹਾਂ। ਇੱਥੋਂ ਤੱਕ ਕਿ ਇੱਥੇ ਬੈਠੇ ਸਤਸੰਗਤ ਵਿੱਚ ਅਤੇ ਤਾਂ ਵੀ ਕਿ ਤੁਮਰੀ ਕਿਰਪਾ 'ਤੇ ਭਇਓ ਸਾਧ ਸੰਗ, ਕਿਉਂਕਿ ਗਿਆਨ ਖੰਡ ਵਿੱਚ ਕਿਹਾ ਨਾ, ਵਿਣ ਭਾਗਾਂ ਸਤ ਸੰਗ ਨਾ ਲੱਭੈ, ਅਤੇ ਸਿੱਕੇ ਨੇ ਨਹੀਂ ਮਹਾਰਾਜ ਤੁਮਰੀ ਕਿਰਪਾ 'ਤੇ ਭਇਓ ਸਾਧ ਸੰਗ, ਇਹ ਕਾਜ ਤੁਮ ਆਪ ਕੀਓ। ਆ ਸਤਸੰਗਤ ਵਾਲਾ ਹੈ ਤੇ ਕਾਰਜ 'ਚ ਕੋਈ ਦੋ ਰਾਏ ਨਹੀਂ। ਦੁਨੀਆਵੀ ਕਿਰਤ ਕਾਰਜ ਹੈ, ਚੱਲ ਕੇ ਆਏ ਹੋ 10 20 50 ਕਦਮ, ਕੋਈ ਮੀਲ, ਅੱਧਾ ਮੀਲ, 2 ਮੀਲ, 4 ਮੀਲ ਚੱਲ ਕੇ ਆਏ, ਅਤੇ ਕੁਝ ਪਲ, ਕੁਝ ਘੜੀਆਂ ਬਹਿਣਾ ਵੀ ਇੱਥੇ ਹੈ ਤੇ ਕਾਰਜ ਕੰਮ ਹੈ, ਪਰ ਮਹਾਰਾਜ ਤੁਸੀਂ ਕਰਵਾ ਰਹੇ ਹੋ, ਤੁਸੀਂ ਹੀ ਕਰ ਰਹੇ ਹੋ। ਅਤੇ ਜਦੋਂ ਜਿਉਂ-ਜਿਉਂ ਅਸੀਂ ਇੱਥੇ ਪਹੁੰਚਦੇ ਜਾਵਾਂਗੇ ਅਤੇ ਫਿਰ ਸਾਨੂੰ ਅਗਲੀਆਂ ਗੱਲਾਂ ਸਮਝ ਹੀ ਆਉਣਗੀਆਂ
जो महाराज ਸਾਨੂੰ खुलासा करके दसते ने कि भाई ਹੁਣ ਇੱਥੇ ਆ ਤੇ ਗਏ ਹਾਂ, ਕੰਮ ਤੇ ਤੁਸਾਂ ਕਰ ਦਿੱਤਾ, ਹੁਣ ਅਸੀਂ ਕੀ ਕਰਨਾ ਹੈ? ਤੁਸਾਂ ਨੇ ਕਿਰਪਾ ਕੀਤੀ, ਸਰੀਰ, ਤਾਕਤ, ਸਮਰੱਥਾ, ਮਤ, ਬੁੱਧ, ਬਲ ਬਖਸ਼ਿਆ ਇੱਥੇ ਲੈ ਆਂਦਾ, ਕਿਉਂਕਿ ਇੱਥੋਂ ਤੱਕ ਪਹੁੰਚਣ ਵਾਸਤੇ 3-4 ਚੀਜ਼ਾਂ ਨੇ ਕੰਮ ਕੀਤੇ। ਸਰੀਰ ਨੂੰ ਸਮਰੱਥਾ ਮਿਲੀ, ਇਸ਼ਨਾਨ ਪਾਨ ਹੋਇਆ, ਉੱਠੇ, ਤਿਆਰ ਹੋਏ, ਕਿਉਂਕਿ ਜੇ ਮੰਨ ਲਓ ਕਿਸੇ ਦਾ ਸਰੀਰ ਤਿਆਰ ਨਹੀਂ ਹੋ ਸਕਦਾ ਤਾਂ ਉਹ ਨਹੀਂ ਆ ਪਾਏਗਾ ਭਾਈ। ਮਨ ਲੱਖ ਚਾਹੇ, ਅਸੀਂ ਆਪਣੇ ਸੇ ਕਈ ਸੰਬੰਧੀਆਂ ਪ੍ਰੇਮੀਆਂ ਨੂੰ ਜਾਣਦੇ ਹਾਂ ਜਿਨ੍ਹਾਂ ਦਾ ਮਨ ਲੱਖ ਚਾਹੁੰਦਾ ਹੈ ਸੰਗਤ ਵਿੱਚ ਜਾਵਾਂ, ਭਾਈ ਸਰੀਰ ਸਾਥ ਨਹੀਂ ਦਿੰਦਾ, ਕਿਸੇ ਕਾਰਨ ਕਰਕੇ, ਕੋਈ ਕਾਰਨ ਵਰਤ ਜਾਂਦਾ ਹੈ। ਇਸ ਕਰਕੇ ਵੀ ਸ਼ੁਕਰ ਮਹਾਰਾਜ ਨੇ ਕਿਰਪਾ ਕੀਤੀ, ਸਰੀਰ ਨੇ ਸਾਥ ਦਿੱਤਾ, ਸਰੀਰ ਤਿਆਰ ਹੋ ਸਕਿਆ। ਫਿਰ ਮਨ ਕਰਦਾ ਹੈ, ਕਈਆਂ ਦਾ ਸਰੀਰ ਤਿਆਰ ਹੈ, ਸਰੀਰ ਚੱਲਦਾ ਹੈ ਤੇ ਮਨ ਨਹੀਂ ਕਰਦਾ। ਸਾਡਾ ਮਨ ਵੀ ਤੁਰ ਪਿਆ, ਮਨ ਕੀਤਾ ਤੇ ਮਹਾਰਾਜ ਨੇ ਫਿਰ ਮਤ ਬੁੱਧ ਵੀ ਬਖਸ਼ੀ, ਭਾਈ ਸਮੇਂ 'ਤੇ ਚੱਲ, ਇਸ ਸਮੇਂ ਮੁਤਾਬਕ ਕਿਸ ਥਾਂ 'ਤੇ ਚੱਲ। ਅਸੀਂ ਪਹੁੰਚ ਗਏ, ਬਲ ਬਖਸ਼ਿਆ ਤੇ ਉਸ ਬਲ ਦੇ ਸਦਕੇ ਸਭ ਕੁਝ ਵਰਤਿਆ, ਬੈਠੇ ਆ। ਹੁਣ ਅੱਗੇ ਕੀ ਕਰੀਏ? ਇੱਥੋਂ ਤੱਕ ਤੇ ਜੋ ਸਰੀਰ ਨੇ ਕੀਤਾ, ਮਨ ਨੇ ਕੀਤਾ, ਕੁਝ ਬੁੱਧ ਬਲ ਨੇ ਕਰ ਦਿੱਤਾ। ਇਸ ਤੋਂ ਅੱਗੇ ਵੀ ਅਸੀਂ ਕੁਝ ਕਰਨਾ ਹੋਵੇਗਾ। ਇੱਥੇ ਆ ਕੇ, ਹਾਂ ਇੱਥੇ ਆ ਕੇ ਵੀ ਅਸੀਂ ਕੰਮ ਕਰਨਾ ਹੈ, ਇੱਥੇ ਆ ਕੇ ਕਰਨਾ ਜਪ। ਔਰ ਅਸੀਂ ਜਿਹੜੇ ਪਾਠ ਕਰਦੇ ਹੋ ਆਪ ਨੇ ਵੇਖਿਆ ਹੋਣਾ, ਆਮ ਤੌਰ 'ਤੇ ਗੁਰਬਾਣੀ ਦੇ ਵਿੱਚ ਵਿਆਕਰਣ ਜਿਹੜੇ ਪੜ੍ਹਦੇ ਹੋ, ਜਪ ਦੇ 2 ਰੂਪ ਦਿੱਤੇ ਗਏ ਨੇ। ਇੱਕ ਅਸੀਂ ਪੜ੍ਹਦੇ ਹਾਂ ਨਾ, ਜਦੋਂ ਮੂਲ ਮੰਤਰ ਤੋਂ ਬਾਅਦ ਜਪ, ਆਦਿ ਸੱਚ ਵਾਲਾ ਜਪ, ਉੱਥੇ ਜਪ ਦੇ ਪੱਪੇ ਨੂੰ ਔਂਕੜ ਲੱਗਾ ਹੋਏ ਜਪ, ਅਤੇ ਜਿੱਥੇ ਹੁਣ ਅਸੀਂ ਪੜ੍ਹਦੇ ਹਾਂ ਜਪ ਹਰ ਹਰ, ਤੇ ਪੱਪੇ ਨੂੰ ਸਿਹਾਰੀ ਲੱਗੀ ਹੋਈ ਹੈ। ਖਰੀ ਅਰਥ ਉਚਾਰਨ ਤੁਸੀਂ ਜਪ ਹੀ ਕਰ ਲੈਂਦੇ ਆ, ਪਰ ਜੀ ਕਹਿ ਨਾ ਰਾਮ ਕਹਿਣ ਮੈਂ ਭੇਤ ਹੈ, ਜਪ ਕਰਨ ਦੇ ਵਿੱਚ ਹੀ ਭੇਤ ਹੈ, ਕਹਿਣ ਵਿੱਚ ਭੇਤ ਨਹੀਂ ਹੈ, ਜਪ ਕਰਨ ਦੇ ਵਿੱਚ ਭੇਤ ਹੈ, ਜਪ ਦੀਆਂ ਅਵਸਥਾਵਾਂ 'ਚ ਭੇਤ ਹੈ। ਇੱਕ ਜਪ ਕਰਦਾ ਹੈ, ਮਾਲਾ ਹੱਥ ਵਿੱਚ ਹੈ, ਰਾਮ ਰਾਮ ਰਾਮ, ਵਾਹਿਗੁਰੂ 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 ਵਾਹਿਗੁਰੂ, ਸਾਰਾ ਦਿਨ ਜਪ ਕਰਦੇ। ਮਹਾਰਾਜ ਕਹਿੰਦੇ ਵੀ ਕਰਨਾ ਹੈ, ਜ਼ਰੂਰੀ ਹੋ ਵੀ, ਕਿਉਂਕਿ ਉਹਦੇ ਸਦਕੇ ਹੀ ਜੋ ਗਿਆਨ ਦੀਆਂ ਅਗਲੀਆਂ ਪੌੜੀਆਂ ਨੇ ਮਨੁੱਖ ਜਪਦੇ ਅਤੇ ਜਪਦਾ। ਇੱਥੇ ਭਾਵ ਹੁੰਦਾ ਦੁਹਰਾਵ, ਰਿਪੀਟ। ਕਿਸੇ ਕੰਮ ਨੂੰ, ਕਿਸੇ ਮੰਤਰ ਨੂੰ, ਕਿਸੇ ਸ਼ਬਦ ਨੂੰ ਬਾਰ-ਬਾਰ ਪੜ੍ਹਾਂਗੇ ਤਾਂ ਹੀ ਸਮਝ ਆਏਗਾ ਕਿ ਮਹਾਰਾਜ ਨੇ ਇਸ ਪਾਵਨ ਬਚਨ ਵਿੱਚ ਕੀ ਕਿਹਾ। ਅਤੇ ਸਿਆਣੇ ਸਾਰੇ ਮੰਨਦੇ ਨੇ ਕਿ ਜਦੋਂ ਇਸ ਨੂੰ ਇੱਕ ਲੈਅ ਵਿੱਚ ਆ ਕੇ ਕਰੀਦਾ ਜਪ, ਅਤੇ ਉਸ ਜਪ ਦੇ ਨਾਲ ਸਾਡੇ ਅੰਦਰ ਇੱਕ ਬਲ ਪੈਦਾ ਹੁੰਦਾ। ਸਾਰੇ ਮੰਨਦੇ ਆ, ਬੇਸ਼ੱਕ ਅਸੀਂ ਅਜੇ ਕਰ ਨਹੀਂ ਪਾ ਰਹੇ ਜਿਤਨਾ ਬਲ ਸਾਨੂੰ ਚਾਹੀਦਾ ਹੈ ਅਗਾਂਹ ਤੁਰਨ ਵਾਸਤੇ, ਉਤਨਾ ਬਲ ਅਸੀਂ ਜਪ ਕਰ ਨਹੀਂ ਪਾ ਰਹੇ। ਪਰ ਇਤਨਾ ਪਤਾ ਹੈ ਕਿ ਜਪ ਦੇ ਵਿੱਚ ਬਲ ਹੈ, ਦੁਹਰਾਓ ਦੇ ਵਿੱਚ ਬਲ ਹੈ, ਰਿਪੀਟ ਵਿੱਚ ਬਲ ਹੈ, ਘੁਮਾਓ ਦੇ ਵਿੱਚ ਬਲ, ਊਰਜਾ ਪੈਦਾ ਹੁੰਦੀ ਹੈ। ਅਤੇ ਇਹ ਊਰਜਾ ਸਾਡੇ ਵਿਕਾਰਾਂ ਨੂੰ, ਗੁਨਾਹਾਂ ਨੂੰ ਖਤਮ ਵੀ ਕਰਦੀ ਹੈ, ਇਹ ਵੀ ਪਤਾ ਹੈ। ਇਸ ਜਪ ਦੇ ਬਲ ਦੇ ਸਦਕੇ ਹੀ ਮਨੁੱਖ ਚੰਗੀਆਂ ਵਿਚਾਰਾਂ ਨੂੰ ਗ੍ਰਹਿਣ ਕਰ ਸਕਦਾ, ਕਿਉਂਕਿ ਬਲ ਦੇ ਸਦਕੇ ਹੀ ਤਿਆਗਣਾ ਅਤੇ ਗ੍ਰਹਿਣ ਕਰਨਾ, ਇਹ 2 ਕਿਰਿਆ ਜੋ ਮਨ ਦੀਆਂ ਨੇ, ਇਹ ਬਲ ਦੇ ਸਦਕੇ ਹੁੰਦੀਆਂ ਨੇ। ਅਤੇ ਮਨ ਨੂੰ ਬਲ ਜਪ 'ਚੋਂ ਮਿਲਦਾ ਹੈ, ਅਤੇ ਦੂਸਰਾ ਜੋ ਜਪ ਹੈ ਨਾ, ਉਹ ਜਪ ਦੇ ਵਿੱਚ ਉਤਰ ਜਾਣਾ ਹੈ, ਜਿਸ ਨੂੰ ਅਸੀਂ ਕਦੇ ਕਦੇ ਦਾਰਸ਼ਨਿਕ ਤੌਰ 'ਤੇ ਜਿਹਨੂੰ ਫਿਲਾਸਫੀ ਕਹਿੰਦੇ ਆ, ਇੰਝ ਸਮਝਣ ਦੀ ਕੋਸ਼ਿਸ਼ ਕਰਦੇ ਹੁੰਦੇ ਆ ਕਿ ਜਿਵੇਂ ਕੋਈ ਵਿਅਕਤੀ ਸਰੋਵਰ ਦੇ ਕਿਨਾਰੇ ਬੈਠਾ ਹੋਵੇ ਅਤੇ ਗੜਵੇ ਭਰ ਭਰ ਕੇ ਇਸ਼ਨਾਨ ਕਰ ਰਿਹਾ, ਬੈਠਾ ਹੈ ਸਰੋਵਰ ਦੇ ਕੰਢੇ 'ਤੇ, ਅਤੇ ਗੜਵਾ ਭਰ ਕੇ ਸਿਰ 'ਤੇ ਪਾ ਰਿਹਾ, ਗੜਵਾ ਭਰ ਭਰ ਕੇ ਇਸ਼ਨਾਨ ਕਰ ਰਿਹਾ। ਠੀਕ ਹੈ, ਉਹ ਮਲ ਮਲ ਕੇ ਨਹਾ ਰਿਹਾ ਹੈ, ਕੋਈ ਦੋ ਰਾਏ ਨਹੀਂ। ਸੰਭਵਤः ਆਪਣੇ ਤਨ ਦੀ ਸਾਰੀ ਮੈਲ ਉਤਾਰ ਬੈਠੇਗਾ ਅਤੇ ਕੁਛ ਠੰਡਕ ਵੀ ਲੈ ਕੇ ਆਏਗਾ, ਕਿਉਂਕਿ ਨਹਾ ਕੇ ਆਏਗਾ ਅਤੇ ਠੰਡਕ ਵੀ ਲੈ ਕੇ ਆਏਗਾ, ਮੈਲ ਵੀ ਉਹਦੀ ਉਤਰ ਜਾਏਗੀ ਅਤੇ ਠੰਡਕ ਵੀ ਮਿਲ ਜਾਏਗੀ। ਇਹ ਸੰਭਵ ਮਿਲੇਗਾ ਉਸ ਨੂੰ। ਪਰ ਇੱਕ ਵਿਅਕਤੀ ਉਸ ਸਰੋਵਰ ਦੇ ਵਿੱਚ ਉਤਰ ਗਿਆ, ਉਹ ਹੁਣ ਪਾਣੀ ਦੇ ਵਿੱਚ ਖੜ੍ਹਾ ਹੈ, ਪਾਣੀ ਦੇ ਵਿੱਚ ਤਾਰੀਆਂ ਵੀ ਲਾ ਸਕਦਾ, ਡੁਬਕੀਆਂ ਵੀ ਲਾਏਗਾ, ਉਸ ਨੂੰ ਜਲ ਦਾ ਇੱਕ ਅਨੁਭਵ ਹੋਵੇਗਾ ਜੋ ਕਿਨਾਰੇ ਵਾਲੇ ਖਲੋਤੇ ਨੂੰ ਉਹ ਅਨੁਭਵ ਨਹੀਂ ਹੋਏਗਾ। ਕਦੇ ਆਪਾਂ ਵੀ ਸਰੋਵਰਾਂ 'ਚ ਇਸ਼ਨਾਨ ਕਰਨ ਦਾ ਵਕਤ ਲੱਗਦਾ ਨਾ, ਗਾਹੇ ਬਗਾਹੇ, ਕਦੇ ਵੇਖਣਾ ਕਿਨਾਰੇ ਵਾਲੀ ਪੌੜੀ 'ਤੇ ਖਲੋ ਕੇ
ਜਿਵੇਂ ਬਹੁਤ ਲੋਕਾਂ ਨੂੰ ਵੇਖਿਆ ਹੋਣਾ, ਉੱਥੇ ਚੂੜੀਆਂ ਭਰ ਕੇ ਛੱਟੇ ਪਾ ਲਏ, ਮੂੰਹ 'ਤੇ ਪਾ ਲਏ, ਠੀਕ ਹੈ ਚਲੋ ਭਾਈ ਚੰਗਾ ਹੈ, ਅਸੀਂ ਟਿੱਪਣੀ ਟੀਕਾ ਨਹੀਂ ਕਰਦੇ ਉਹਨਾਂ 'ਤੇ। ਪਰ ਜਦੋਂ ਕਿਤੇ ਗਲ ਪਾਣੀ ਵਿੱਚ ਖੜੇ ਹੋਈਦਾ ਤਾਂ ਉਹਦਾ ਇੱਕ ਅਨੁਭਵ ਵੱਖਰਾ ਹੈ। ਠੀਕ ਹੈ, ਸਾਨੂੰ ਤਰਨਾ ਨਹੀਂ ਡਰ ਹੁੰਦਾ ਹੈ, ਅਸੀਂ ਸੰਗਲੀ ਫੜ ਕੇ ਜੰਗਲੇ ਨੂੰ ਹੱਥ ਪਾ ਕੇ ਖੜੇ ਹੋਵਾਂਗੇ, ਪਰ ਕਮ ਸੇ ਕਮ ਗਲ ਪਾਣੀ 'ਚ ਗਰਦਨ ਤੱਕ ਪਾਣੀ 'ਚ ਖੜੇ ਹੋਈਏ ਤਾਂ ਉਹਦਾ ਇੱਕ ਅਨੁਭਵ ਵੱਖਰਾ ਹੈ। ਇਸੇ ਤਰ੍ਹਾਂ ਤਰਨ ਵਾਲੇ ਦਾ ਪਾਣੀ ਦੀ ਗਹਿਰਾਈ ਦਾ ਇੱਕ ਅਨੁਭਵ ਵੱਖਰਾ ਹੈ। ਇਸੇ ਤਰ੍ਹਾਂ ਜਪ ਦੇ ਗਿਣਤੀ ਮਿਣਤੀ ਦੇ ਕਰਨ ਵਾਲੇ ਦਾ ਅਨੁਭਵ ਵੱਖਰਾ ਹੈ, ਅਤੇ ਜਪ ਦੇ ਵਿੱਚ ਉਤਰ ਜਾਣ ਵਾਲੇ ਦਾ ਅਨੁਭਵ ਵੱਖਰਾ ਹੈ। ਮਹਾਰਾਜ ਅੱਜ ਜਪ ਕਹਿੰਦੇ ਨੇ ਉਹ ਵਿੱਚ ਉਤਰ ਜਾਣ ਵਾਲਾ ਜਪ ਹੈ, ਜਿਵੇਂ ਡੁਬਕੀ ਲਗਾਉਣ ਵਾਲਾ ਜਪ ਹੈ। ਉਹ ਜਪ ਦਾ ਪਾਣੀ ਦਾ ਅਨੁਭਵ ਹੈ। ਪਾਣੀ ਦਾ ਵੀ ਕੋਈ ਪ੍ਰੈਸ਼ਰ ਹੁੰਦਾ ਹੋਵੇਗਾ, ਪਾਣੀ ਦੇ ਵਿੱਚ ਵੀ ਇੱਕ ਸ਼ਕਤੀ ਹੈ। ਹਾਂਜੀ ਬਿਲਕੁਲ ਹੈ, ਤਾਈਓ ਤੇ ਸਾਨੂੰ ਆਪਣੇ ਕਵਰ 'ਚ ਕਰ ਲੈਂਦਾ ਹੈ, ਕਦੇ ਡੁੱਬ ਦਿੰਦਾ ਅਤੇ ਕਦੇ ਤਾਰ ਦਿੰਦਾ। ਤਾਂ ਹੀ ਤਾਂ ਪਾਣੀ 'ਚ ਜਾ ਕੇ ਸਾਡੇ ਸਰੀਰ ਦਾ ਵਜ਼ਨ ਹਲਕਾ ਹੋ ਜਾਂਦਾ। ਖੈਰ ਇਹ ਅਲੱਗ ਬਾਤਾਂ ਨੇ, ਪਰ ਜਪ ਦੇ ਵਿੱਚ ਉਤਰੀਏ ਅਤੇ ਫਿਰ ਕੀ ਮਿਲਦਾ। ਅੱਜ ਇਹ ਗੱਲਾਂ ਮਹਾਰਾਜ ਸਾਡੇ ਨਾਲ ਸਾਂਝੀਆਂ ਕਰਦੇ, ਕਿਉਂਕਿ ਅਸਾਂ ਇਸੇ ਵਿੱਚ ਹੀ ਪ੍ਰਵੇਸ਼ ਕਰਨਾ ਹੈ। ਅਸਾਂ ਜਪ ਦੇ ਵਿੱਚ ਹੀ ਜਾਣਾ ਹੈ, ਔਰ ਸਮਗਰਤਾ ਇਹਦੇ ਵਿੱਚ ਹੈ। ਸਮਗਰਤਾ ਦਾ ਮਤਲਬ ਹੈ ਸਭ ਕੁਛ। ਇੱਕ ਬੜਾ ਪਿਆਰਾ ਬਚਨ ਅਸੀਂ ਕਦੇ ਕਦੇ ਪਾਠ ਕਰਦੇ ਪੜ੍ਹਦੇ ਨੇ, ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈ ਹੈ। ਸਾਰੀਆਂ ਦੀ ਸਾਰੀਆਂ ਵਡਿਆਈਆਂ ਨਾਮ ਦੇ ਵਿੱਚ ਹੈਗੀਆਂ ਨੇ, ਪਰ ਸਾਡੀ ਕਮਜ਼ੋਰੀ ਮਜਬੂਰੀ ਕੀ ਹੈ? ਅਸੀਂ ਨਾਮ ਜਪਦੇ ਨਹੀਂ ਹਾਂ, ਬਸ ਕੰਮ ਇੱਥੇ ਖੜ੍ਹਾ ਹੈ। ਸਾਰੀਆਂ ਵਡਿਆਈਆਂ ਨਾਮ ਦੇ ਵਿੱਚ ਹੈਗੀਆਂ ਨੇ, ਪਰ ਸਾਡੇ 'ਚੋਂ ਬਹੁਤੇ ਜੀਆਂ ਤੋਂ ਨਾਮ ਜਪਿਆ ਨਹੀਂ ਜਾ ਰਿਹਾ। ਨਾਮ ਦੇ ਜਪ ਤੱਕ ਜਿੱਥੇ ਜਾ ਕੇ ਵਡਿਆਈਆਂ ਮਿਲਦੀਆਂ ਨੇ, ਅਸੀਂ ਉੱਥੋਂ ਤੱਕ ਪਹੁੰਚ ਨਹੀਂ ਬਣਾ ਪਾ ਰਹੇ। ਪਹੁੰਚ ਕਮਜ਼ੋਰ ਹੈ। ਜਿਵੇਂ ਅਸੀਂ ਸਮਝਣਾ ਹੋਵੇ ਇਸ ਨੂੰ, ਇੰਝ ਕਹਿੰਦੇ ਹਾਂ ਅਸੀਂ ਹੁਣ ਗਰਮੀਆਂ ਨਿਕਲੀਆਂ ਨੇ, ਅਸੀਂ ਗਰਮੀਆਂ 'ਚ ਇੱਥੋਂ ਦੀ ਤਪਸ਼ ਤੋਂ ਪਰੇਸ਼ਾਨ ਹਨ, ਅਤੇ ਅਸੀਂ ਕਿੱਥੇ ਫਿਰ ਠੰਡੇ ਮੁਲਕਾਂ 'ਚ ਜਾਂਦੇ ਲੋਕ ਨਾ। ਲੋਕ ਸ਼ਿਮਲੇ ਵੱਲ ਨੂੰ ਤੁਰਦੇ ਨੇ, ਅਤੇ ਸਭ ਨੂੰ ਪਤਾ ਹੈ ਕਿ ਜਦੋਂ ਅੱਧੀ ਕੁ ਦੂਰੀ ਆਪਾਂ ਤੈਅ ਕਰ ਲੈਂਦੇ, ਸੋਲਨ ਦੇ ਆਸ-ਪਾਸ ਨਿਕਲ ਜਾਈਦਾ, ਫਿਰ ਆਪਣੇ ਆਪ ਠੰਡਕ ਮਿਲਣ ਲੱਗ ਪੈਂਦੀ, ਹਵਾ ਠੰਡੀ ਆਉਣ ਲੱਗ ਪੈਂਦੀ ਹੈ। ਫਿਰ ਉੱਥੇ ਵੀ ਟਿਕ ਜਾਓ ਅਤੇ ਗਰਮੀ ਦਾ ਅਹਿਸਾਸ ਮੁੱਕ ਜਾਂਦਾ, ਗਰਮੀ ਮੁੱਕ ਜਾਂਦੀ ਹੈ। ਯਾਨੀ ਕਿ ਜੇ ਇਸ ਤਪਸ਼ ਤੋਂ ਬਚਣਾ ਹੈ, ਮੈਦਾਨਾਂ ਦੀ ਗਰਮੀ ਤੋਂ ਬਚਣਾ ਹੈ, ਅਤੇ ਸਾਨੂੰ ਕਿਸੇ ਖਾਸ ਉਚਾਈ 'ਤੇ ਜਾਣਾ ਪਏਗਾ। ਜੇ ਇੱਥੋਂ ਦੀ ਗਰਮੀ ਤੋਂ ਬਚਣਾ ਹੈ ਅਤੇ ਸਾਨੂੰ ਕਿਸੇ ਖਾਸ ਉਚਾਈ 'ਤੇ ਜਾ ਕੇ ਆਪਣਾ ਟਿਕਾਣਾ ਬਣਾਉਣਾ ਪਏਗਾ। ਜਿਹੜੇ ਸਮਰੱਥ ਲੋਕ ਨੇ, ਉਹਨਾਂ ਨੇ ਅਕਸਰ ਵੇਖਿਆ ਹੋਣਾ, ਪਹਾੜਾਂ 'ਤੇ ਆਪਣੇ ਆਸ਼ਿਆਨੇ ਬਣਾਏ ਹੁੰਦੇ ਨੇ, ਗਰਮੀਆਂ ਦੇ ਵਿੱਚ ਉਹ ਪਹਾੜਾਂ 'ਤੇ ਚਲੇ ਜਾਂਦੇ ਨੇ। ਅਤੇ ਸਮਝਦਾਈ ਸੰਸਾਰਕ ਠੀਕ ਇਸੇ ਤਰ੍ਹਾਂ ਜੋ ਸਾਡੇ ਮਨਾਂ ਦੇ ਵਿੱਚ, ਸਾਡੇ ਸਮਾਜ ਵਿੱਚ ਆਲੇ ਦੁਆਲੇ ਜਿਹਨੂੰ ਅਸੀਂ ਕਹਿੰਦੇ ਵਿਕਾਰਾਂ ਦੀ ਗਰਮੀ ਹੈ, ਤੀਰਖਾ ਨਿੰਦਾ ਚੁਗਲੀ ਦੁਆਇਸ਼ ਦੀ ਅੱਗ ਲੱਗੀ ਹੈ, ਇਸ ਤਪਸ਼ ਤੋਂ ਬਚਣਾ ਹੈ। ਜਿਸ ਤਪਸ਼ ਦਾ ਜ਼ਿਕਰ ਬਾਣੀ 'ਚ ਬਾਰ-ਬਾਰ ਕਹਿੰਦੇ ਨੇ, ਅਤੇ ਉਸ ਤਪਸ਼ ਤੋਂ ਬਚਣਾ ਤੇ ਫਿਰ ਕੀ ਕਰਨਾ ਪਏਗਾ? ਫਿਰ ਵੀ ਸਾਨੂੰ ਉੱਚਾ ਉੱਠਣਾ ਪਏਗਾ। ਇਸ ਤਪਸ਼ ਤੋਂ, ਇਸ ਦਾਇਰੇ ਤੋਂ ਉੱਚਾ ਜਾਣਾ ਪਏਗਾ। ਅਤੇ ਜਦੋਂ ਕੋਈ ਜੀਅ ਜਿਤਨਾ ਉੱਚਾ ਉੱਠ ਜਾਏਗਾ, ਉਤਨੀ ਹੀ ਸ਼ੀਤਲਤਾ ਉਹਦੇ ਕੋਲ ਹੋਵੇਗੀ। ਅੱਜ ਤੱਕ ਜਿਤਨੇ ਸਾਡੇ ਤੋਂ ਸਿਆਣੇ ਵਡੇਰੇ ਬਜ਼ੁਰਗਾਂ ਦੀਆਂ ਗਾਥਾਵਾਂ ਨੂੰ ਪੜ੍ਹਿਆ, ਸੁਣਿਆ ਅਤੇ ਜਾਣਿਆ, ਸਾਰੇ ਇਹੀ ਕਹਿੰਦੇ ਨੇ ਫਲਾਣੇ ਦਾ ਜੀਵਨ ਬੜਾ ਉੱਚਾ ਹੈ। ਮਹਾਤਮਾਵਾਂ ਦਾ ਜੀਵਨ ਬੜਾ ਉੱਚਾ ਹੁੰਦਾ ਹੈ, ਸੰਤ ਦਾ ਜੀਵਨ ਬੜਾ ਉੱਚਾ ਹੁੰਦਾ ਹੈ, ਗੁਰਮੁਖ ਦਾ ਜੀਵਨ ਬੜਾ ਉੱਚਾ ਹੁੰਦਾ ਹੈ। ਕੀ ਉਹ ਕਿਤੇ ਬਹੁਤੀਆਂ ਉਚਲੀਆਂ ਮੰਜ਼ਲਾਂ 'ਤੇ ਰਹਿੰਦੇ ਨੇ? ਨਹੀਂ, ਇਮਾਰਤਾਂ ਕਰਕੇ ਤੇ ਜ਼ਮੀਨਾਂ 'ਤੇ ਹੀ ਰਹਿੰਦੇ ਨੇ। ਹੋ ਸਕਦਾ ਉਹਨਾਂ ਕੋਲ ਬਹੁਤ ਵੱਡੇ ਵੱਡੇ ਘਰ ਵੀ ਨਾ ਬਣਾਏ ਹੋਣ, ਪਰ ਜੀਵਨ ਬੜਾ ਉੱਚਾ ਹੈ। ਜੀਵਨ ਉਹਨਾਂ ਦਾ ਉਚਾਈਆਂ 'ਤੇ ਚਲਾ ਗਿਆ। ਅਤੇ ਬਸ ਸਾਡੇ ਤੋਂ ਇਹ ਕਮੀ ਰਹਿ ਗਈ ਕਿ ਅਸੀਂ ਜੀਵਨ ਪੱਧਰ ਦੀ ਉਚਾਈ ਨਹੀਂ ਛੂ ਪਾਏ। ਨਤੀਜਨ ਸਾਡੇ ਅੰਦਰ ਗਰਮੀ ਹੈ, ਸਾਡੇ ਅੰਦਰ ਬੇਚੈਨੀ ਹੈ, ਸਾਡੇ ਅੰਦਰ ਤਪਸ਼ ਹੈ। ਉਹ ਅੰਦਰ ਜੋ ਈਰਖਾ, ਨਿੰਦਾ, ਚੁਗਲੀ, ਦੁਆਇਸ਼ ਇਕੱਠੀਆਂ ਹੋ ਕੇ ਜੋ ਗਰਮੀ ਪੈਦਾ ਕਰਦੀਆਂ ਨੇ, ਉਹ ਸਾਡੇ ਅੰਦਰ ਬੇਚੈਨੀ ਦੇ ਰੂਪ 'ਚ ਪ੍ਰਗਟ ਹੁੰਦੀਆਂ ਨੇ, ਜਿਸ ਦਾ ਜ਼ਿਕਰ ਗੁਰਬਾਣੀ 'ਚ ਕਈ ਥਾਂ 'ਤੇ ਕੀਤਾ ਗਿਆ ਹੈ। ਮਹਾਰਾਜ ਨੇ ਦੱਸਿਆ ਵੀ ਕਿ ਜਿਸ ਮਨੁੱਖ ਦੇ ਅੰਦਰ ਇਹੋ ਜਿਹੀ ਈਰਖਾ, ਨਿੰਦਾ, ਚੁਗਲੀ ਦੀ ਗਰਮੀ ਰਹਿੰਦੀ। ਹੁਣ ਅਸੀਂ ਕਹਾਂਗੇ ਦੇਖੋ ਜੀ ਅਸੀਂ ਤਾਂ ਕਿਸੇ ਨਾਲ ਈਰਖਾ ਕਰਦੇ ਹੀ ਨਹੀਂ,
ਅਸੀਂ ਕਹਾਂਗੇ ਦੇਖੋ ਜੀ ਅਸੀਂ ਤਾਂ ਕਿਸੇ ਦੀ ਨਿੰਦਾ ਕਰਦੇ ਹੀ ਨਹੀਂ, ਅਸੀਂ ਤਾਂ ਕਿਸੇ ਬਾਰੇ ਬੁਰਾ ਬੋਲਦੇ ਹੀ ਨਹੀਂ। ਇਹ ਭਲਾ ਹੈ ਕਰਤੱਵ ਅਸਾਂ ਚੰਗਾ ਕਰ ਲਿਆ ਏ, ਪਰ ਜਿੱਥੇ ਰਹਿ ਰਹੇ ਹਾਂ ਉੱਥੇ ਤਾਂ ਸਭ ਕੁਛ ਇਹੀ ਹੈ ਨਾ। ਜਿਸ ਜ਼ਮੀਨੀ ਹਕੀਕਤ ਵਿੱਚ ਆਪਾਂ ਵਿਚਰ ਰਹੇ ਹਾਂ ਉੱਥੇ ਤੇ ਆਲੇ ਦੁਆਲੇ ਸਭ ਕੁਛ ਇਹੀ ਹੋ ਰਿਹਾ ਨਾ। ਅਸੀਂ ਇਹਨੂੰ ਛੱਡ ਵੀ ਨਹੀਂ ਸਕਦੇ, ਫਿਰ ਕੀ ਕਰੀਏ? ਆਪਣੇ ਆਪ ਨੂੰ ਕਵਰ ਕਰਕੇ ਰੱਖਣਾ। ਔਰ ਜਦੋਂ ਅਸੀਂ ਬਾਹਰੀ ਤੌਰ ਤੋਂ ਆਪਣੀ ਰਸਨਾ 'ਤੇ ਕੰਟਰੋਲ ਕਰ ਲੈਨੇ, ਜ਼ੁਬਾਨ 'ਤੇ ਕੰਟਰੋਲ ਕਰ ਲੈਨੇ ਆ, ਫਿਰ ਕੁਝ ਸਮਾਂ ਲੱਗਦਾ ਹੈ। ਇਹ ਨਹੀਂ ਕਿ ਚੁਟਕੀ ਵਜਾਇਆ ਇੱਕ ਦਿਨ ਹੀ ਹੋ ਜਾਏਗਾ, ਤੇ ਸਮਾਂ ਲੱਗਦਾ। ਹੌਲੀ 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 ਸੁਭਾਵਾਂ ਦੇ ਵਿੱਚ ਤਬਦੀਲੀਆਂ ਆਉਂਦੀਆਂ ਨੇ। ਹੌਲੀ ਹੌਲੀ ਮਨੁੱਖ ਨਿੰਦਾ ਚੁਗਲੀ ਤੋਂ ਪਰਾਂ ਹਟਦਾ ਹੈ। ਹੌਲੀ ਹੌਲੀ ਕ੍ਰੋਧ ਤੋਂ, ਵਿਕਾਰਾਂ ਤੋਂ, ਗਾਲੀ ਗਲੌਜ ਤੋਂ ਬਚਣ ਲੱਗ ਪੈਂਦਾ ਹੈ। ਹੌਲੀ ਹੌਲੀ ਫਿਰ ਮਨ ਸ਼ਾਂਤ ਹੋਣ ਲੱਗ ਪੈਂਦਾ ਹੈ। ਉਹਦੇ ਵਾਸਤੇ ਜਿੱਥੇ ਇਹ ਬਾਹਰਲੇ ਅਭਿਆਸ ਕਰਨੇ ਨੇ ਉੱਥੇ ਹਰ ਵੇਲੇ ਗੁਰਦੇਵ ਕਿਰਪਾ ਕਰਨ ਅਸੀਂ ਉੱਠਤ ਬੈਠਤ ਵਾਹਿਗੁਰੂ ਵਾਹਿਗੁਰੂ ਦਾ ਅਭਿਆਸ ਪਕਾ ਲਈਏ, ਜਿਹਨੂੰ ਸਾਡੇ ਵਡੇਰੇ ਕਹਿੰਦੇ ਨੇ ਸਵਾਸ ਗਿਰਾਸ ਅਭਿਆਸ ਪਕਾ ਲਈਏ। ਸਾਨੂੰ ਦੱਸਿਆ ਗਿਆ ਹੈ ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹ। ਤੇ ਸਿਆਣੇ ਕਹਿੰਦੇ ਨੇ ਸਾਸ ਗਿਰਾਸ ਜਪਣਾ ਚਾਹੀਦਾ ਹੈ। ਸਾਸ ਗਿਰਾਸ ਜਪਣ ਦਾ ਮਤਲਬ ਹੁੰਦਾ ਹੈ ਸਵਾਸ ਆ ਰਹੇ ਨੇ ਨਾ, ਸਵਾਸ ਅੰਦਰ ਲੈ ਰਹੇ ਹਾਂ, ਗਰਾਸ ਲੈ ਰਹੇ ਹਾਂ ਨਾ, ਅਤੇ ਸਵਾਸਾਂ ਦਾ ਤਿਆਗ ਵੀ ਕਰ ਰਹੇ ਹਾਂ। ਇਹ ਦੋ ਪ੍ਰਕਿਰਿਆ ਸੁੱਤੇ ਸੁਧੋਰੀਆਂ ਨਾ। ਸਾਹ ਅੰਦਰ ਆ ਰਿਹਾ ਹੈ, ਸਾਹ ਬਾਹਰ ਜਾ ਰਿਹਾ ਹੈ। ਅੱਜ ਦਾ ਮੈਡੀਟੇਸ਼ਨ ਕਰਾਉਣ ਦਾ ਕੋਚ ਕਹੇਗਾ ਤੁਸੀਂ ਕੇਵਲ ਆਪਣੇ ਸਵਾਸਾਂ 'ਤੇ ਧਿਆਨ ਦਿਓ। ਆ ਦੇਖਿਆ ਉਹਨਾਂ ਨੇ ਬਹੁਤ ਸਾਰੇ ਅੱਜ ਕੱਲ੍ਹ ਤਾਂ ਅਸੀਂ ਸਾਡੇ ਕੋਲ ਸੰਸਾਰ 'ਚ ਸੋਸ਼ਲ ਮੀਡੀਆ 'ਤੇ ਬਹੁਤ ਕੁਝ ਹੈ। ਤੁਸੀਂ ਧਿਆਨ ਦੇਣਾ ਹੈ, ਮੈਡੀਟੇਸ਼ਨ ਕਰਨਾ ਹੈ ਅਤੇ ਸਿਰਫ ਸਵਾਸਾਂ 'ਤੇ ਧਿਆਨ ਦਿਓ। ਪਰ ਗੁਰੂ ਨਾਨਕ ਕਹਿੰਦੇ ਨੇ ਸਿਰਫ ਸਵਾਸਾਂ 'ਤੇ ਧਿਆਨ ਹੀ ਨਾ ਦਿਓ, ਸਵਾਸਾਂ ਦੇ ਨਾਲ ਜਪ ਵੀ ਕਰੋ। ਬਸ ਇੰਨਾ ਹੀ ਫਰਕ ਹੈ। ਉਹ ਕਹਿੰਦੇ ਨੇ ਸ਼ੂਨ 'ਤੇ ਚਲੇ ਜਾਓਗੇ, ਸਵਾਸਾਂ 'ਤੇ ਧਿਆਨ ਦਿੰਦੇ ਦਿੰਦੇ ਤੁਹਾਡਾ ਧਿਆਨ ਟਿਕ ਜਾਏਗਾ, ਤੁਸੀਂ ਸ਼ੂਨ ਕਲਾ 'ਚ ਪ੍ਰਵੇਸ਼ ਕਰ ਜਾਓਗੇ। ਅਤੇ ਗੁਰੂ ਨਾਨਕ ਕਹਿੰਦੇ ਨਹੀਂ, ਅਸੀਂ ਉਸ ਸ਼ੂਨ ਕਲਾ 'ਚ ਅਜੇ ਨਹੀਂ ਜਾਣਾ, ਇਸ ਤਰ੍ਹਾਂ ਨਹੀਂ ਜਾਣਾ। ਇਸ ਤੋਂ ਵਾਪਸ ਆਵਾਂਗੇ ਅਤੇ ਜ਼ਿਆਦਾ ਉਤੇਜਨਾ ਵੱਧ ਜਾਂਦੀ ਹੈ। ਇਸੇ ਕਰਕੇ ਇਹੋ ਜਿਹੇ ਵਿਅਕਤੀ ਜਿਹੜੇ ਇਹੋ ਜਿਹਾ ਅਭਿਆਸ ਕਰਦੇ ਨੇ, ਜਦੋਂ ਅਭਿਆਸ ਤੋਂ ਸਮਾਜਿਕ ਅਤੇ ਪਰਿਵਾਰਕ ਸਿਲਸਿਲਿਆਂ ਦੇ ਵਿੱਚ ਹੁੰਦੇ ਨੇ, ਕਈ ਵਾਰ ਜ਼ਿਆਦਾ ਉਤੇਜਿਤ ਹੋ ਜਾਂਦੇ ਨੇ। ਲੋਕਾਂ ਨੂੰ ਸਮਝਾਉਂਦੇ ਸਮਝਾਉਂਦੇ ਉਤੇਜਨਾ ਨਾਲ ਭਰ ਜਾਂਦੇ ਨੇ, ਕਿਉਂਕਿ ਐਨਰਜੀ ਤਾਂ ਮਿਲ ਜਾਂਦੀ ਹੈ ਪਰ ਕੰਟਰੋਲ ਨਹੀਂ ਮਿਲਦਾ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਜਪ ਦਾ ਸਮਗਰ ਸੰਪੂਰਨ ਰੂਪ ਦਿੱਤਾ ਹੈ ਵੀ ਸਵਾਸਾਂ 'ਤੇ ਵੀ ਧਿਆਨ ਧਰਨਾ, ਅਤੇ ਸਵਾਸਾਂ ਦੇ ਧਿਆਨ ਦੇ ਵਿੱਚ ਤੁਸਾਂ ਪਾ ਲੈਣਾ ਹੈ ਆਪਣੇ ਗੁਰੂ ਦੇ ਮੰਤਰ ਨੂੰ, ਗੁਰੂ ਮੰਤਰ ਨੂੰ। ਫਿਰ ਕਿਤੇ ਜਪ ਕੇ ਦੇਖਣਾ, ਕੁਝ ਸਮੇਂ ਬਾਅਦ ਉਹਦਾ ਆਨੰਦ ਵੱਖਰਾ ਹੋ ਜਾਏਗਾ। ਬਿਲਕੁਲ ਚੌਕੜਾ ਮਾਰ ਕੇ ਬਹਿ ਜਾਓ, ਸਾਵਧਾਨ ਹੋ ਜਾਓ। ਜਦੋਂ ਕਿਤੇ ਸਮਾਂ ਲੱਗੇ ਦੁਪਹਿਰੇ ਸਵੇਰੇ ਸ਼ਾਮ, ਬਿਹਤਰ ਹੈ ਜੇ ਉੱਠਦਿਆਂ ਬਣ ਸਕੇ, ਸਰੀਰਕ ਤੌਰ 'ਤੇ ਉੱਠੇ, ਥੋੜ੍ਹਾ ਬਹੁਤਾ ਇਸ਼ਨਾਨ ਪਾਨ ਕੀਤਾ। ਜੇ ਕਿਸੇ ਦਾ ਸਰੀਰ ਨਹੀਂ ਮੰਨਦਾ ਤਾਂ ਕੋਈ ਗੱਲ ਨਹੀਂ, ਪਰ ਸੁਚੇਤ ਚੇਤਨ ਹੋਣਾ ਜ਼ਰੂਰੀ ਹੈ। ਥੋੜ੍ਹਾ ਬਹੁਤਾ ਇਸ਼ਨਾਨ ਪਾਨ ਕਰ ਲਿਆ, ਜਲ ਪਾਨ ਥੋੜ੍ਹਾ ਬਹੁਤਾ ਹਲਕਾ ਲੈ ਲਿਆ, ਤਾਂ ਕਿ ਨੀਂਦ ਦਾ ਜੋ ਗਲਬਾ ਹੈ ਉਹ ਉਤਰ ਜਾਏ। ਫਿਰ ਸਾਵਧਾਨ ਹੋ ਕੇ ਬੈਠ ਜਾਓ, ਮੰਜੇ 'ਤੇ ਬੈਠੋ, ਆਸਨ 'ਤੇ ਬੈਠੋ, ਸੋਫੇ 'ਤੇ ਬੈਠੋ, ਜਿੱਥੇ ਵੀ ਕਿਤੇ, ਪਰ ਇਤਨਾ ਕੁਝ ਸਾਵਧਾਨ ਰਹੀਏ ਕਿ ਸਿਰ ਸਿੱਧਾ ਰਹਿ ਸਕੇ, ਸਿਰ ਅੱਗੇ ਨੂੰ ਲੁਰਿਆ ਨਾ ਹੋਵੇ। ਸਿਰ ਸਿੱਧਾ ਰੱਖ ਬੈਠ ਗਏ। ਹੁਣ ਸਵਾਸ ਆ ਰਹੇ ਨੇ, ਸਵਾਸ ਜਾ ਰਹੇ ਨੇ। ਅਸੀਂ ਕੋਈ ਵੱਖਰੀ ਤਰੱਦਦ ਅਤੇ ਲੰਬਾ ਜਾਪ ਨਹੀਂ ਕਰਨਾ ਇਸ ਵਕਤ, ਕੋਈ ਲੰਮੇਰੀ ਬਾਣੀ ਨਹੀਂ ਪੜ੍ਹਨੀ। ਬਸ ਸਵਾਸ ਆ ਰਹੇ ਨੇ, ਸਵਾਸ ਜਾ ਰਹੇ ਨੇ, ਸਵਾਸ ਅੰਦਰ ਆ ਰਹੇ ਨੇ, ਤੁਸੀਂ ਸਤਿਨਾਮ ਲੈਂਦੇ ਹੋ, ਸਵਾਸ ਜਾਂਦੇ ਨੇ ਉਹਦੇ ਨਾਲ ਜਪਦੇ ਹੋ। ਇਹ ਅਭਿਆਸ ਆਪਣਾ ਕਰਨਾ ਕਿ ਜਦੋਂ ਸਵਾਸ ਅੰਦਰ ਅਤੇ ਬਾਹਰ ਜਾਂਦੇ ਨੇ, ਉਹਨਾਂ ਦੋ ਕਿਰਿਆਵਾਂ ਦੇ ਨਾਲ ਸਤਿਨਾਮ ਵਾਹਿਗੁਰੂ ਨੂੰ ਜਪ ਲਓ, ਇੱਕ ਓਂਕਾਰ ਵਾਹਿਗੁਰੂ ਨੂੰ ਜਪ ਲਓ, ਕਰਤਾ ਪੁਰਖ ਵਾਹਿਗੁਰੂ ਨੂੰ ਜਪ ਲਓ, ਨਿਰਭਉ ਵਾਹਿਗੁਰੂ ਜਪ ਲਓ। ਪਰ ਇੱਕ ਖਿਆਲ ਰੱਖੀਏ, ਵਾਹਿਗੁਰੂ ਧਿਆਨ ਅੰਦਰ ਜਾਣਾ ਚਾਹੀਦਾ ਹੈ। ਜਿਤਨੇ ਸਾਡੇ ਵਡੇਰੇ ਅਭਿਆਸੀ ਹੋਏ ਨੇ ਸਾਰੇ ਮੰਨਦੇ ਨੇ ਕਿ ਜਦੋਂ ਅਸੀਂ ਗੁਰਮੰਤਰ ਨੂੰ ਜਪਦੇ ਹਾਂ ਅਤੇ ਵਾਹਿਗੁਰੂ ਕਹਿਣਾ, ਤਾਂ ਧਿਆਨ ਜਿਹੜਾ ਹੈ ਉਹ ਅੰਦਰ ਨੂੰ ਜਾਣਾ ਚਾਹੀਦਾ। ਜਿਵੇਂ ਪੁਰਾਣੇ ਸੀ ਨਲਕੇ ਗੇੜੇ ਹੋਣਗੇ, ਹੁਣ ਤਾਂ ਸਭ ਕੁਝ ਅਸੀਂ ਮੋਟਰਾਂ ਨਾਲ, ਬਿਜਲੀ ਨਾਲ ਕਰਦੇ ਹਾਂ।
ਹੱਥੀਆਂ ਵਾਲੇ ਨਲਕੇ ਜਿੰਨਾ ਗੇੜੇ ਉਹਨਾਂ ਨੂੰ ਪਤਾ ਹੋਵੇਗਾ ਕਿ ਜਦੋਂ ਬੋਕੀ ਉੱਪਰ ਨੂੰ ਆਉਂਦੀ ਹੈ ਤਾਂ ਪਾਣੀ ਬਾਹਰ ਨਿਕਲ ਜਾਂਦਾ ਹੈ, ਪਰ ਥੱਲਿਓਂ ਬੋਕੀ ਭਰਨ ਵਾਸਤੇ ਨੀਚੇ ਜਾਣਾ ਪੈਂਦਾ। ਅਤੇ ਜੇ ਬੋਕੀ ਨੀਚੇ ਨਾ ਜਾਵੇ ਤਾਂ ਪਾਣੀ ਬਾਹਰ ਸਾਨੂੰ ਪਿਆਸ ਨਹੀਂ ਬੁਝਾਉਣ ਵਾਸਤੇ ਮਿਲੇਗਾ। ਬਸ ਇਸੇ ਤਰ੍ਹਾਂ ਹੱਥ ਉੱਪਰ ਜਾਏਗਾ ਅਤੇ ਬੋਕੀ ਨੀਚੇ ਜਾਏਗੀ, ਜੇ ਹੱਥ ਨੀਚੇ ਆਏਗਾ ਤਾਂ ਬੋਕੀ ਉੱਪਰ ਜਾਏਗੀ। ਇਸੇ ਤਰ੍ਹਾਂ ਅਸੀਂ ਜਪਦੇ ਚਲੇ ਜਾਣਾ ਹੈ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਵਾਸ ਤੇ ਆਪਣੇ ਚੱਲਦੇ ਰਹਿਣ, ਫਿਰ ਹੌਲੀ ਹੌਲੀ ਸਵਾਸਾਂ ਦਾ ਸਾਥ ਵੀ ਛੱਡ ਦਿਓ, ਆਪਣੇ ਹੀ ਸਤਨਾਮ ਵਾਹਿਗੁਰੂ ਦੇ ਇਸ ਆਧਾਰ 'ਤੇ ਟਿਕ ਜਾਵਾਂਗੇ। ਫਿਰ ਸ਼ਾਇਦ ਸਾਨੂੰ ਸਵਾਸਾਂ ਦੀ ਵੀ ਬਹੁਤੀ ਲੋੜ ਨਹੀਂ ਹੋਵੇਗੀ, ਕਿ ਪਾਤਸ਼ਾਹ ਦੱਸਦੇ ਨੇ ਪ੍ਰਭ ਭਾਵੈ ਬਿਨ ਸਵਾਸ ਤੇ ਰਾਖੈ, ਸਵਾਸਾਂ ਤੋਂ ਬਿਨਾਂ ਹੀ ਬੈਠੇ ਰਹਾਂਗੇ। ਫਿਰ ਸਵਾਸਾਂ ਦਾ ਪ੍ਰਭਾਵ ਬਹੁਤ ਹਲਕਾ ਹੋ ਜਾਏਗਾ, ਪਰ ਜਪ ਦਾ ਪ੍ਰਭਾਵ ਬਹੁਤ ਵੱਡਾ ਹੋ ਜਾਏਗਾ। ਪਰ ਅਸੀਂ ਲੋਕ ਕਰਦੇ ਹੀ ਨਹੀਂ। ਅਸੀਂ ਤਾਂ ਫਿਲਾਸਫੀਆਂ ਪੜ੍ਹ ਕੇ ਲੰਘ ਜਾਂਦੇ, ਹਾਂ ਜੀ ਕਥਾ ਕਹਾਣੀ ਕੀਤੀ, ਵਧੀਆ ਲੱਗਦਾ, ਚੰਗਾ ਲੱਗਦਾ ਹੈ, ਕਰਿਆ ਕਰੀਏ, ਜਪ ਕਰਿਆ ਕਰੀਏ, ਕਿਉਂਕਿ ਸਾਡੀ ਆਰੰਭਤਾ ਹੀ ਜਪ ਤੋਂ ਹੋਈ ਹੈ। ਜੇ ਗੁਰਪ੍ਰਸਾਦ ਪ੍ਰਾਪਤ ਕਰਨਾ ਹੈ ਅਤੇ ਗੁਰਪ੍ਰਸਾਦ ਦੇ ਸਦਕੇ ਇੱਕ ਓਅੰਕਾਰ ਦੀ ਬਖਸ਼ਿਸ਼ ਨੂੰ ਲੈਣਾ ਹੈ, ਅਤੇ ਜਪ ਤੇ ਕਰਨਾ ਹੀ ਪੈਣਾ ਨਾ। ਅੱਜ ਵੀ ਪੜ੍ਹਦੇ ਕੇ ਹੋ ਆਏ ਹੋ, ਪੜ੍ਹ ਕੇ ਜਾਣਾ ਵੀ, ਪੜ੍ਹਦੇ ਜਾਣਾ ਵੀ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਅਤੇ ਕੀ ਕਰਨਾ ਹੈ? ਗੁਰਪ੍ਰਸਾਦ ਜਪ, ਜਪ ਤੇ ਕਰਨਾ ਪੈਣਾ ਨਾ। ਮਹਾਰਾਜ ਤੇ ਕਹਿੰਦੇ ਨੇ ਜਪ ਤੇ ਕਰਨਾ ਪੈਣਾ। ਉਹ ਜਪ ਜਿਹੜਾ ਹੈ ਨਾ ਨਿਰੰਤਰ, ਕੋਈ ਬਾਣੀ ਦਾ ਚੇਤਨਤਾ ਦੇ ਬਾਹਰਲੇ ਪੱਖ 'ਤੇ ਆ, ਪਰ ਮਹਾਰਾਜ ਦੇ ਇੱਥੇ ਸਿਹਾਰੀ ਲਗਾ ਦਿੰਦੇ, ਜਪ ਦੇ ਵਿੱਚ ਉਤਰ ਜਾ। ਹੁਣ ਤੁਸੀਂ ਆਪਣੇ ਆਪ ਨੂੰ ਇੰਝ ਮਹਿਸੂਸ ਕਰਨਾ, ਇੰਝ ਲੈ ਜਾਣਾ ਜਿਵੇਂ ਸਰੋਵਰ ਦੇ ਵਿੱਚ ਡੁਬਕੀਆਂ ਲਗਾਉਂਦੇ ਪਏ। ਫਿਰ ਗੁਰੂ ਕਰਤਾ ਕਰੇ ਅਗਲੀਆਂ ਗੱਲਾਂ, ਅਗਲੀਆਂ ਤੁਹਾਡੀਆਂ ਆਪਣੀਆਂ, ਗੁਰੂ ਕਰਤੇ ਦੀਆਂ ਆਪਣੀਆਂ। ਫਿਰ ਗੁਰੂ ਕਰਤਾ ਸਾਂਝਾਂ ਬਣਾ ਦਿੰਦਾ, ਬਖਸ਼ਿਸ਼ਾਂ ਕਰਦਾ। ਮਹਾਰਾਜ ਕਹਿੰਦੇ ਕਿ ਜਪ ਕਰਿਆ ਕਰੋ। ਇਸ ਜਪ ਦੇ ਸਦਕੇ ਹੀ ਸਭ ਕੁਝ ਮਿਲਦਾ ਹੈ। ਜਿਨ੍ਹਾਂ ਨੂੰ ਮਿਲਿਆ ਇਸੇ ਸਦਕੇ ਮਿਲਿਆ, ਜਿਨ੍ਹਾਂ ਦੇ ਰਹਿ ਗਏ ਉਹ ਵੀ ਇਸੇ ਕਰਕੇ ਰਹਿ ਗਏ, ਕੋਈ ਕਰ ਨਹੀਂ ਪਾਏ। ਦੋ ਚੀਜ਼ਾਂ ਨੇ, ਜਿਨ੍ਹਾਂ ਨੂੰ ਪ੍ਰਾਪਤ ਹੋਇਆ ਉਹ ਇਹਦੇ ਕਰਕੇ ਮਿਲਿਆ, ਅਤੇ ਜਿਹੜੇ ਰਹਿ ਗਏ ਨੇ ਉਹ ਇਸ ਕਰਕੇ ਰਹਿ ਗਏ ਨੇ ਕਿ ਉਹ ਇਹ ਕਰ ਨਹੀਂ ਪਾਏ, ਜਪ ਨਹੀਂ ਕਰ ਪਾਏ। ਅੱਜ ਵੀ ਜਦੋਂ ਅਸੀਂ ਗੁਰਮੁਖਾਂ ਦੀ ਸੰਗਤ 'ਚ ਬੈਠਾਂਗੇ ਤਾਂ ਕੀ ਵੀ ਸਾਥੋਂ ਜਾਪ ਨਹੀਂ ਹੋ ਪਾਇਆ। ਕਰੀਏ ਜਪ, ਹਰ ਹਰ ਜਪ ਕਰੀਏ। ਕਿਹਦਾ? ਵਾਹਿਗੁਰੂ, ਵਾਹਿਗੁਰੂ ਦਾ, ਹਰੀ ਦਾ, ਵਾਹਿਗੁਰੂ ਦਾ ਜਪ ਕਰਨਾ, ਵਾਹਿਗੁਰੂ ਜੀ ਦਾ। ਅਤੇ ਵਾਹਿਗੁਰੂ ਸ਼ਬਦ ਗੁਰਮੰਤਰ ਸਾਨੂੰ ਗੁਰੂ ਨੇ ਦਿੱਤੇ। ਇਸੇ ਕਰਕੇ ਹਰੀ ਸ਼ਬਦ ਵਰਤ ਦਿੱਤਾ ਜਾਂਦਾ ਹੈ ਕਿ ਜੋ ਗੁਰੂ ਕਾ ਮੰਤਰ ਹੈ, ਜੋ ਗੁਰੂ ਕਾ ਬੋਲ ਹੈ, ਉਹ ਹੀ ਤੁਹਾਡੇ ਲਈ ਮੰਤਰ ਹੈ। ਕੱਲ੍ਹ ਵੀ ਅਸੀਂ ਇਹੀ ਗੱਲਾਂ ਨੂੰ ਗਹਿਰੇ ਆਚ ਰਹੇ ਸਾਂ। ਗੁਰੂ ਤੋਂ ਜੋ ਸੁਣਿਆ ਜੇ ਨਾ, ਉਹਦੇ ਵਿੱਚ ਨਾਮ ਹੈ। ਅਸੀਂ ਆਹ ਪਾਠ ਸੁਣਦੇ ਹਾਂ, ਕੀਰਤਨੀ ਆਸਾ ਕੀ ਵਾਰ ਕਰ ਰਹੇ ਸਨ, ਜੋ ਕੀ ਸੁਣ ਰਹੇ ਸਾਂ ਅਸੀਂ ਕਹਾਂਗੇ ਅਸੀਂ ਬਾਣੀ ਸੁਣਦੇ ਸਾਂ। ਕਿਹੜੀ ਬਾਣੀ ਸੁਣਦੇ ਸੋ ਭਾਈ? ਜਿੱਥੇ ਤਰਕ ਨਾ ਕੋਈ ਪੁੱਛੇ, ਗਿਆਨੀ ਆ ਕੇ ਪੁੱਛ ਲਏ, ਸਾਨੂੰ ਪੁੱਛੇਗਾ ਕੀਰਤਨ ਹੋ ਰਿਹਾ ਸੀ? ਹਾਂਜੀ ਹੋ ਰਿਹਾ ਸੀ। ਕਾਹਦਾ ਕੀਰਤਨ ਸੀ? ਆਖਾਂਗੇ ਜੀ ਕਹਾਂਗੇ ਬਾਣੀ ਦਾ। ਫਿਰ ਅਗਲਾ ਪੁੱਛੇ ਕਿਹੜੀ ਬਾਣੀ? ਦੂਜੇ ਸਵਾਲ ਹੈ ਕਿਹੜੀ ਬਾਣੀ? ਅਸੀਂ ਕਹਾਂਗੇ ਗੁਰਬਾਣੀ। ਫਿਰ ਪੁੱਛ ਸਕਦਾ ਹੈ ਕਿ ਭਗਤ ਬਾਣੀ, ਪੁੱਛ ਸਕਦਾ ਕਬੀਰ ਸਾਹਿਬ ਕੀ ਬਾਣੀ, ਰਵਿਦਾਸ ਸਾਹਿਬ ਕੀ, ਆਸਾ ਕੀ ਵਾਰ ਕਿਹੜੀ ਬਾਣੀ ਪੁੱਛੇਗਾ ਨਾ। ਇੱਥੇ ਪਹਿਲਾਂ ਬਾਣੀ ਦੇ ਬਹੁਤ ਭੇਤ ਨੇ। ਅਸੀਂ ਕਹਾਂਗੇ ਗੁਰਬਾਣੀ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਸਾਡੇ ਲਈ ਗੁਰਬਾਣੀ। ਗੁਰਬਾਣੀ ਕੀਰਤਨ। ਅੱਛਾ, ਹੁਣ ਜੋ ਸਾਡੇ ਤੋਂ ਅੱਗੇ ਗਏ ਨੇ ਉਹ ਕਹਿਣਗੇ ਸ਼ਬਦ ਕੀਰਤਨ ਹੋ ਰਿਹਾ ਸੀ। ਉਹ ਗੁਰਬਾਣੀ ਕੀਰਤਨ ਤੋਂ ਵੀ ਹੋਰ ਕੇ ਆਖਰੀ ਅਰਥ ਹੋ ਹੀ ਰਹਿ ਜਾਏਗਾ, ਪਰ ਉਹ ਗਹਿਰੇ ਉਤਰ ਜਾਣਗੇ, ਕਹਿਣਗੇ ਬਸ ਸ਼ਬਦ ਕੀਰਤਨ ਹੋ ਰਿਹਾ ਸੀ। ਹੁਣ ਸ਼ਬਦ ਕੀਰਤਨ ਹੋ ਰਿਹਾ ਅਤੇ ਕੀਰਤਨ ਨੂੰ ਅਸੀਂ ਸੁਣ ਰਹੇ ਹਾਂ। ਕੀਰਤਨ ਕਿਹਦਾ? ਸ਼ਬਦ ਦਾ। ਤੁਸੀਂ ਕੀ ਸੁਣ ਰਹੇ ਹੋ? ਸ਼ਬਦ ਸੁਣ ਰਹੇ ਹੋ। ਸ਼ਬਦ ਸੁਣ, ਸ਼ਬਦ ਵਿੱਚੋਂ ਤੁਹਾਨੂੰ ਪ੍ਰਾਪਤ ਕੀ ਹੋ ਰਿਹਾ ਜੀ? ਜੇ ਕੋਈ ਗਿਆਨੀ ਪੁੱਛ ਲਏ ਤੁਸੀਂ ਸ਼ਬਦ ਸੁਣਿਆ? ਹਾਂਜੀ ਸੁਣਿਆ। ਤੁਹਾਨੂੰ ਪ੍ਰਾਪਤ ਕੀ ਹੋਇਆ? ਅਤੇ ਸ਼ਾਇਦ ਸਾਡੇ ਕੋਲ ਜਵਾਬ ਨਹੀਂ ਹੋਏਗਾ। ਸ਼ਬਦ ਸੁਣਨ 'ਤੇ ਸਾਨੂੰ ਗਿਆਨ ਮਿਲਦਾ ਹੈ, ਸ਼ਬਦ ਸੁਣਨ 'ਤੇ ਸਾਨੂੰ ਨਾਮ ਮਿਲਦਾ ਹੈ। ਗਿਆਨ ਪ੍ਰਗਟਾਵੇ 'ਚ ਹੋ ਸਕਦਾ ਹੈ, ਪਰ ਨਾਮ ਪ੍ਰਗਟ ਨਹੀਂ ਹੋ ਸਕਦਾ। ਫਿਰ ਦੁਹਰਾਦੇ ਹਾਂ, ਸ਼ਬਦ ਸੁਣਨ 'ਤੇ ਗਿਆਨ ਅਤੇ ਨਾਮ ਦੋ ਚੀਜ਼ਾਂ ਪ੍ਰਾਪਤ ਹੁੰਦੀਆਂ ਨੇ। ਗਿਆਨ ਦਾ ਥੋੜ੍ਹਾ ਬਹੁਤਾ ਪ੍ਰਗਟਾਵਾ ਹੋ ਜਾਂਦਾ ਹੈ ਵੀ ਹਾਂ ਸਮਝ ਆ ਜਾਂਦੀ, ਆਹ ਬੋਲਣਾ, ਆਹ ਨਹੀਂ ਬੋਲਣਾ,
ਆ ਕਰਨਾ ਨਹੀਂ ਕਰਨਾ, ਇਹ ਗਿਆਨ ਮਿਲ ਜਾਂਦਾ ਹੈ। ਪਰ ਨਾਮ ਫਿਰ ਵੀ ਨਹੀਂ ਦੱਸਿਆ ਜਾ ਸਕਦਾ। ਜਿਵੇਂ ਕੋਈ ਰਿਸ਼ਟ ਪੁਸ਼ਟ ਵਿਅਕਤੀ ਚੰਗਾ ਭੋਜਨ ਖਾਂਦਾ ਹੈ, ਆ ਹੁਣੇ ਅਸਾਂ ਘਰ ਜਾ ਕੇ ਭੋਜਨ ਛਕਣਾ ਹੈ ਨਾ, ਭੋਜਨ ਛਕਦੇ ਤੇ ਸਾਨੂੰ ਕੀ ਮਿਲਦਾ ਹੈ? ਇੱਕ ਤੇ ਤ੍ਰਿਪਤੀ ਮਿਲਦੀ, ਕੁਝ ਸਮੇਂ ਲਈ ਤ੍ਰਿਪਤੀ ਹੋ ਗਈ। ਹੁਣ ਅਸੀਂ ਘੰਟੇ 2-4 ਘੰਟੇ ਲਈ ਤ੍ਰਿਪਤ, ਦੁਬਾਰਾ ਸਾਨੂੰ ਕਿ ਖਾਓ ਚੰਗਾ ਬਣਾਇਆ, ਅਸੀਂ ਕਹਾਂਗੇ ਨਾ ਭਾਈ ਰੱਜੇ ਪਏ ਆ। ਅਗਲਾ ਕਹੇਗਾ ਨਹੀਂ ਜੀ ਬਹੁਤ ਸਵਾਦਿਸ਼ਟ ਹੈ, ਉਹ ਤੋਂ ਮਹਿੰਗਾ ਪਦਾਰਥ, ਅਸੀਂ ਕਹਾਂਗੇ ਨਾ ਭਾਈ ਹੁਣ ਨਹੀਂ ਖਾ ਸਕਦੇ, ਹੁਣ ਰੱਜੇ। ਤ੍ਰਿਪਤ ਹੈ ਨਾ, 2 ਘੰਟੇ 4 ਘੰਟੇ, ਉਹ ਅਲੱਗ-ਅਲੱਗ ਮਨੁੱਖ ਦੀ ਸੀਮਾਵਾਂ ਨੇ। ਹੋ ਸਕਦਾ ਕੋਈ 2 ਘੰਟੇ ਬਾਅਦ ਖਾ ਲੇ ਤੇ ਕੋਈ 4 ਘੰਟੇ ਬਾਅਦ ਵੀ ਨਾ ਖਾ ਪਾਏ। ਉਹ ਤ੍ਰਿਪਤੀ ਦੀ ਸੀਮਾਵਾਂ ਹੋ ਸਕਦੀਆਂ ਨੇ, ਤ੍ਰਿਪਤੀ ਅਲੱਗ-ਅਲੱਗ ਹੈ। ਪਰ ਉਹਦੇ ਨਾਲ ਸਾਨੂੰ ਇੱਕ ਚੀਜ਼ ਹੋਰ ਮਿਲਦੀ ਹੈ ਜਿਸ ਦੀ ਕੋਈ ਸੀਮਾ ਨਹੀਂ, ਜਿਸ ਦਾ ਕੋਈ ਐਕਸਪਲੇਨ ਨਹੀਂ ਗਾ, ਉਹ ਹੈ ਤੰਦਰੁਸਤੀ। ਭੋਜਨ ਛਕਿਆ ਜੇ ਤੰਦਰੁਸਤੀ ਮਿਲੇਗੀ, ਭੋਜਨ ਛਕਿਆ ਜੇ ਸੱਚ ਚਰਣਾ ਬਿਮਾਰੀ ਵੀ ਮਿਲੇਗੀ। ਜੇ ਮਾੜਾ ਛਕਿਆ ਜੇ ਤੇ ਬਿਮਾਰੀ ਮਿਲ ਜਾਏਗੀ। ਤ੍ਰਿਪਤੀ ਮਾੜੇ ਨਾਲ ਵੀ ਹੋ ਜਾਂਦੀ ਆ। ਆ ਜੰਕ ਫੂਡ ਖਾ ਕੇ ਤਾਂ ਲੋਕ ਕੋਈ ਘੰਟਿਆਂ ਲਈ ਤ੍ਰਿਪਤ ਹੋ ਜਾਂਦੇ ਨਾ। ਮਾੜੇ ਪਦਾਰਥ ਖਾ ਕੇ ਵੀ ਇੱਕ ਵਾਰ ਭੁੱਖ ਮਿਟ ਜਾਂਦੀ ਹੈ ਨਾ, ਪਰ ਬਿਮਾਰੀ ਮਿਲ ਜਾਂਦੀ ਹੈ। ਤੇ ਚੰਗੇ ਪਦਾਰਥ ਖਾ ਕੇ ਵੀ ਤ੍ਰਿਪਤੀ ਤੇ ਹੁੰਦੀ ਹੈ ਨਾ, ਪਰ ਉਹਦੇ ਨਾਲ ਤੰਦਰੁਸਤੀ ਮਿਲਦੀ ਹੈ। ਚੰਗੇ ਭੋਜਨ ਦੇ ਨਾਲ ਤ੍ਰਿਪਤੀ ਵੀ ਮਿਲਦੀ ਹੈ ਤੇ ਤੰਦਰੁਸਤੀ ਵੀ ਮਿਲਦੀ ਹੈ। ਇਸੇ ਤਰ੍ਹਾਂ ਸ਼ਬਦ ਸੁਣਨ ਦੇ ਨਾਲ ਗਿਆਨ, ਮੀਨਿੰਗ, ਤ੍ਰਿਪਤੀ, ਜਾਣਕਾਰੀ ਮਿਲ ਗਈ, ਤ੍ਰਿਪਤੀ ਹੋ ਗਈ, ਹਾਂ ਠੀਕ ਹੈ। ਪਰ ਤੰਦਰੁਸਤੀ ਇਹ ਮਿਲੇਗੀ ਨਾਮ ਦੇ ਸਦਕੇ। ਅੰਮ੍ਰਿਤ ਹੈ, ਇਹਨੂੰ ਅਸੀਂ ਦੂਜੇ ਪਾਸੇ ਨਾਮ ਨੂੰ ਹੀ ਅੰਮ੍ਰਿਤ ਕਹਿੰਦੇ ਹਾਂ। ਤੇ ਭੋਜਨ 'ਚੋਂ ਕੀ ਮਿਲਦਾ ਹੈ? ਅੰਮ੍ਰਿਤ ਮਿਲਦਾ ਹੈ। ਅੱਗੇ ਮੁਦਾਵਣੀ 'ਚ ਆਪਾਂ ਇਹੀ ਤੇ ਪੜ੍ਹਦੇ ਹਾਂ, ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ। ਭਾਈ ਬਾਣੀ 'ਚੋਂ ਕੀ ਮਿਲੇਗਾ? ਸਤ ਮਿਲੇਗਾ, ਸੰਤੋਖ ਮਿਲੇਗਾ ਤੇ ਵਿਚਾਰ ਮਿਲੇਗਾ। ਅੰਮ੍ਰਿਤ ਨਾਮ ਠਾਕੁਰ ਕਾ ਪਾਇਓ। ਇਹ ਸਤ ਸੰਤੋਖ ਦੇ ਵਿਚਾਰ ਦੇ ਵਿੱਚ ਹੀ ਨਾਮ ਹੈ, ਉਹ ਅਸਾਂ ਪ੍ਰਾਪਤ ਕਰ ਲੈਣਾ। ਤਾਂ ਕਿਵੇਂ ਮਿਲੇਗਾ? ਸਾਨੂੰ ਬਾਣੀ ਦਾ ਜਪ ਕਰਨਾ ਪਏਗਾ। ਬਾਣੀ ਦਾ ਜਪ, ਤੇ ਜਪ ਵਾਸਤੇ ਬਾਣੀ ਨੂੰ ਪੜ੍ਹਨਾ ਪੈਣਾ, ਬਾਣੀ ਨੂੰ ਸਮਝਣਾ ਪੈਣਾ, ਬਾਣੀ ਨੂੰ ਸੁਣਨਾ ਪੈਣਾ। ਸੁਣਨਾ ਤੇ ਸਮਝਣਾ ਇੱਕੋ ਸਰੂਪ ਹੁੰਦਾ ਹੈ। ਬਾਣੀ ਨੂੰ ਪੜ੍ਹਨਾ ਪੈਣਾ ਜਾਂ ਸੁਣਨਾ ਪੈਣਾ, 2 ਕੰਮ ਕਰਨਾ ਚੈੱਕ ਕਰੀਏ। ਦੂਜਾ ਗੱਲ ਸਮਝਣਾ ਪਈਏ ਤੇ ਤੀਜਾ ਫਿਰ ਮੰਨਣਾ ਪੈਣਾ ਹੈ। ਬਹੁਤ ਸਾਡੇ ਨੇ ਜਿਨ੍ਹਾਂ ਨੇ ਬਾਣੀ ਪੜ੍ਹੀ ਜਾਂ ਸੁਣੀ, ਸਮਝ ਲਈ, ਪਰ ਮੰਨ ਨਹੀਂ ਪਾਏ। ਮੰਨਣ ਲੱਗਿਆਂ ਦਾਏਂ ਬਾਏਂ ਹੋ ਜਾਂਦੇ, ਦੇਖੋ ਜੀ ਇੱਦਾਂ ਨਹੀਂ, ਅਜੇ ਨਹੀਂ, ਇੱਦਾਂ ਹੋ ਗਿਆ। ਮੰਨ ਨਹੀਂ ਪਾਏ। ਸੁਣਿਆ, ਮੰਨਿਆ, ਮਨ ਕੀਤਾ, ਭਾਓ। ਅਗਲਾ ਕਦਮ ਜਦ ਤੱਕ ਨਹੀਂ ਮਿਲੇਗਾ ਤਦ ਤੱਕ ਗੱਲ ਨਹੀਂ ਬਣਨੀ। ਇਸ ਕਰਕੇ ਬਾਣੀ ਨੂੰ ਪੜ੍ਹਨਾ, ਸੁਣਨਾ ਹੈ, ਸਮਝਣਾ ਹੈ ਤੇ ਮੰਨਣਾ ਹੈ। ਜਦੋਂ ਇਹ 2-3 ਕੰਮ ਅਸੀਂ ਕਰ ਲਵਾਂਗੇ, ਜੋ ਖਾਸ ਕਰਕੇ 3 ਕੰਮ ਕਹੇ ਜਾਂਦੇ ਨੇ, 3 ਕਰ ਲਵਾਂਗੇ ਤੇ ਫਿਰ ਅੱਗੇ ਵੀ ਚਲੇ ਜਾਵਾਂਗੇ। ਫਿਰ ਅਗਲਾ ਹੋਏਗਾ ਅੰਤਰਗਤ ਤੀਰਥ। ਫਿਰ ਅੰਤਰਗਤ ਤੀਰਥ ਬਣ ਜਾਏਗਾ। ਤੀਰਥ ਦਾ ਮਤਲਬ ਬੰਦਾ ਉਹ ਥਾਂ ਜਿੱਥੇ ਜਾ ਕੇ ਪਵਿੱਤਰਤਾ ਮਿਲਦੀ ਹੈ। ਮਨੌਤਾਂ ਇਹੀ ਨੇ ਨਾ, ਅੱਜ ਤੱਕ ਦੀਆਂ ਮਨੌਤਾਂ। ਸਾਡੇ ਦਰਸ਼ਨ, ਖਾਸ ਕਰਕੇ ਭਾਰਤੀ ਦਰਸ਼ਨ ਹੈ ਵੀ ਤੀਰਥਾਂ 'ਤੇ ਜਾ ਕੇ ਕਿਸੇ ਨੂੰ ਪਵਿੱਤਰਤਾ ਮਿਲਦੀ ਹੈ। ਕੋਈ ਮੰਨੇ ਤੇ ਭਾਵੇਂ ਨਾ ਮੰਨੇ, ਲੱਖ ਵਾਰੀ ਟੀਕਾ ਟਿੱਪਣੀ ਕਰੇ, ਪਰ ਮਨੌਤ ਇੱਥੇ ਖੜੀ ਹੈ। ਅੱਜ ਵੀ ਲੋਕ ਹਰਿਦੁਆਰ ਜਾਂਦੇ ਕਿਉਂ ਲੱਗੇ ਜਾਂਦੇ ਨੇ? ਆਖੇ ਜੇ ਪਵਿੱਤਰਤਾ ਮਿਲੇਗੀ। ਆਉਣ ਵਾਲੇ ਸਮੇਂ 'ਚ ਮਾਘ ਆਉਣਾ, ਮਹੀਨਾ 'ਚ ਪੜ੍ਹਦੇ ਹਾਂ, ਕਿਤੇ ਜਾ ਕੇ ਦੇਖਣਾ, ਉੱਥੇ ਇਲਾਹਾਬਾਦ, ਪ੍ਰਯਾਗ ਜਿਹਨੂੰ ਕਹਿੰਦੇ ਨੇ, ਹਜ਼ਾਰਾਂ ਨਹੀਂ ਲੱਖਾਂ ਲੋਕ ਲਾਈਨ ਲਾ ਕੇ ਬੈਠੇ ਨੇ। ਇੱਕ ਵਕਤ ਹਜ਼ਾਰਾਂ ਬੰਦਾ ਗੰਗਾ 'ਚ ਨਹਾ ਰਿਹਾ ਹੈ। ਪੁੱਛੀਏ ਕਿਉਂ? ਆਖੇਗਾ ਜੀ ਪਵਿੱਤਰਤਾ ਮਿਲਦੀ ਹੈ। ਤੇ ਖਿਮਾ ਕਰਨਾ, ਕਿਸੇ ਨੂੰ ਕੀ ਕਹਿਣਾ? ਕਿਉਂ ਜਾ ਕੇ ਇਸ਼ਨਾਨ ਕਰਦੇ ਸਰੋਵਰ ਅੰਮ੍ਰਿਤਸਰ ਸਾਹਿਬ ਦੇ ਵਿੱਚ? ਪਵਿੱਤਰਤਾ ਮਿਲਦੀ ਹੈ। ਕਿਉਂ ਨੱਠੇ ਜਾਣੇ ਆਪਾਂ ਤਰਨ ਤਾਰਨ ਸਾਹਿਬ? ਪਵਿੱਤਰਤਾ ਮਿਲਦੀ ਹੈ। ਭਾਵੇਂ ਅਸੀਂ ਟੀਕਾ ਟਿੱਪਣੀਆਂ ਲੱਖ ਕਰਦੇ ਹਾਂ, ਪਰ ਜੋ ਸਾਡੀ ਮਾਨਸਿਕਤਾ ਹੈ ਨਾ, ਉਹਦੇ ਵਿੱਚ ਗੱਲਾਂ ਟਿੱਕੀਆਂ ਹੋਈਆਂ ਨੇ। ਕਿਉਂਕਿ ਮਾਨਸਿਕਤਾ ਦੇ ਵਿੱਚ ਬਹੁਤ ਪਿੱਛੋਂ ਆ ਰਹੀਆਂ ਚੀਜ਼ਾਂ ਨੇ। ਇਹਦਾ ਮਤਲਬ ਤੀਰਥਾਂ 'ਤੇ ਜਾ ਕੇ ਮਨੁੱਖ ਪਵਿੱਤਰ ਹੁੰਦਾ ਹੈ। ਇਹ ਮਨੁੱਖ ਦੀ ਸੋਚ ਹੈ। ਹੋਏਗਾ ਕਿ ਨਹੀਂ, ਦਾਅਵਾ ਤਾਂ ਨਹੀਂ ਕੋਈ ਕਰਦਾ ਨਾ। ਅਸੀਂ ਤਾਂ ਦਾਅਵਾ ਨਹੀਂ ਕਰਦੇ ਵੀ ਹਾਂ ਪਵਿੱਤਰ ਹੋ ਜਾਓਗੇ, ਨਹੀਂ ਤਾਂ ਫਿਰ ਉੱਥੋਂ ਰਹਿਣ ਵਾਲੇ ਤਾਂ ਪਵਿੱਤਰ ਹੀ ਹੁੰਦੇ। ਪਰ ਐਸਾ ਕਦੇ ਪ੍ਰਗਟ ਨਹੀਂ ਹੋਇਆ। ਬਲਕਿ ਉੱਥੋਂ ਰਹਿਣ ਵਾਲਾ ਵਿਅਕਤੀ ਅਧਿਕਾਂਸ਼ ਪਵਿੱਤਰਤਾ ਤੋਂ ਬਹੁਤ ਦੂਰ ਹੁੰਦਾ ਹੈ। ਜ਼ਿਆਦਾਤਰ ਉੱਥੇ ਰਹਿਣ ਵਾਲੇ ਵਿਅਕਤੀ ਪਵਿੱਤਰਤਾ ਦੂਰ ਤੇ ਪਾਪ ਨਾਲ ਭਰੇ ਹੁੰਦੇ ਨੇ। ਪਰ ਫਿਰ ਵੀ ਬਹੁਤੇ ਜਨਮਾਨਸ ਦੀ ਇਹ ਸੋਚ ਹੈ ਕਿ ਪਵਿੱਤਰ ਹੋ ਜਾਈਦਾ।
महाराज कहने लगे फिर जो तीर्थ का मतलब पवित्र होने वाला थां ही है ना, तो फिर जमीनी हकीकत का तो पता नहीं सी कहिंदे, पर तेरा अंदर वो थां बन जाएगा जिथे तू अंदर प्रवेश कर गया तो पवित्र जरूर हो जाएगा। इसे करके महाराज ने कहा तीर्थ नावन जाओ, तो की कित्थे जावां? तीर्थ नाम है, तू नाम ते पहुँच, नाम नूं छू गया तो पवित्र हो जाएगा। तो नाम कित्थे मिलेगा? बाजार विच ते मिलता कोई नहीं, संसार में किते मिलता कोई नहीं। नाम अंदर हुंदा है, मिलता संगतां चों, इत्थे जपिया जांदा है, इत्थों ते समझिया जांदा है। ते नाम तो सब नूं पता है अंदर है, अंदर खूटा अमृत भरिया, नाम तो साढ़े अंदर पाया, प्रकट ही सी करना है ना। असां गुरु तो शोह प्राप्त करके अंदरले नाम नूं प्रकट करना है। ते कहण लगे अंदर तेरे तीर्थ है, पवित्र हो जाएगा। तो उहदे सदके उतरन की जुगत जिहड़ी उस तीर्थ तक पहुँचण की जो जुगत है वो जप है। अंदर दे उस मुकाम तक पहुँचण की जो जुगत है जप। जिवें सीढ़ियां ते सदके उतरांगे ना, छड़ ते मार के उतरन तो रहे, कोई बिरले टावे होंदे ने जंप मार के उतर जाण, नहीं तो आम आदमी तो पौड़ियां ते उतरेगा ना, तो चढ़न वास्ते पौड़ियां चाहिदियां ने। इसे करके गुरु पौड़ी का रूप धारण कर लईदा। जदों गुरु का पल्ला पकड़ के जपांगे ना, जिन्होंने असीं कहने गुरु गुरु गुर कर मन मोर, गुरु गुरु जपांगे। हुण असीं गुरु गुरु किदां जपदे हां? अज तक कदे किसी ने गुरु गुरु जपिया? असीं ठीक है वाहिगुरु वाहिगुरु जपेगा, पर कल्ला गुरु गुरु किसी नहीं जपिया ना। पर फिर भी कहते ने गुरु गुरु जप का मतलब है गुरु के मुताबिक होके जप, गुरु के नाल होके जप। जदों भी तेरे ध्यान ज्ञान च वाहिगुरु होवे, चेतन होवे मेरे गुरु की दात, मैं गुरु दे नाल हां, गुरु मेरे नाल है। हर हर जप, फिर की मिलिया? जप हर हर, जप हर हर नाम। जदों वाहिगुरु वाहिगुरु नाम की प्राप्ति हुई तो मिलिया कि मेरा मन भाया राम। कहने लगे फिर वो एक पहली अवस्था, वो नाम जपना चंगा लग गया। बस पहली ये अवस्था प्राप्त का मेहनत करनी पैनी, इथों तक मन टिकाना पैना। नाम जपना किसी को चंगा नहीं लगता, जिवें बच्चों को पढ़ना चंगा नहीं लगता। अज सानू भी कोई किताब दे दे, नावल दे दे, तो भावें 2 घंटे पढ़ लवांगे, पर जे कोई फिलासफी दी दे दे, जे कोई दर्शन की दे दे, ज्ञान की भंडार दे दे, तो कहोगे नहीं ये तो बोरिंग है। तमाम जी फिलासफी के इतिहास में भूगोल क्यों नहीं पढ़ते? बोरिंग सबजैक्ट ने, नहीं पढ़ते। इस तरह ये बोरिंग ने। तो चेता रखना साढ़े बहुतियां लई गुस्ताखी की माफ़ी, किस नूं कहता जाए भाई इत्थे बह के पाठ करो तो वासियां मारेगा। सानू ही हुणे श्री सुखमनी साहिब गुटका पकड़ाता जाए भी 1.25 घंटा बह जाओ तो पाठ करो, साढ़े तो अद्धे ज़्यादा ने वासियां मारन लग पैना। कुछ ने तो उठ के चले जाना है, तो बहुतियां ने 2-4 अष्टपदियां दे विच ही कमर टेढ़ी सीधी विंगे टीढ़े होके असीं वासियां मारनियां ने। तो जे इत्थे कोई निंदा चुगली दी चलचित्र चल पवे, तो दुनिया की कहानी चल पवे, तो फिर असीं दी कमर सीधी 3 घंटे तक बैठे रहना है, शरीर उही रहना है। पर इनू कहना भी ये अमृत है, पर पढ़दे भी आवाज़ अज भी देखमा करना, कदे भी तजुर्बा करके देख लेना। जानकारी है बाणी अमृत है, जानकारी है बाणी गुरु है, जानकारी है बाणी सब कुछ है, पर फिर भी बाणी पढ़ लगे वासी मारते। कदे वेख्या नाटक देखे वासी मारते सी? नहीं मारांगे, क्योंकि मन उहदे नाल डायरैक्ट अट्रैक्ट है, जुड़िया होया। ये नाल नहीं जुड़ पाए। कीमत ही इतनी है, भारा ही इतना है, पारा है जमीन ते बिखरिया होया, जिन्हों उठाया नहीं जा सकता। बड़ा मुश्किल है जमीन ते डिगे हुए पारे नूं चुकना, भारी हुंदा है। पर हल्का कखां नूं कागजां नूं ते बड़ी छेती चुक लैंदे, हल्के बोलन तो मनुख का मन बड़ी छेती चुक लैंदा है, पर गुरबाणी नूं चुकण वास्ते मन ते बल चाहिदा। पहली गल जिस दिन चंगा लगन लग पिया, बोरिंग मिट गई, उबासियां आनी मिट गई। ऐसे ऐसे गुरमुखां दर्शन करन दा वक्त मिले, थके हुए आके जे कीर्तन च बैठे उठना फ्रैश चेतन, बुखार चढ़े हुए आके कीर्तन शुरू करते सी भाई साहब, तो 2 घंटे बाद देखना टैंपरेचर नॉर्मल है। बाकियों का BP हाई होया होंदा है, अगले का टैंपरेचर नॉर्मल हो जाता है। अभ्यास च है, पर असीं कर नहीं पाए, हुंदा है। मैं नहीं कहता, पढ़िया होना है। कबीर मेरी सिमरनी रसना उपर राम, ते आद जुगादी सगल भगत, ताको सुख विश्राम। इस राम दे जप दे विच ही तो उन्हां दा विश्राम है। असीं ते विश्राम करने लई मंजे भालदे हां,
पर वो विश्राम करते ने, जप शुरू हो गया, आनंद विच बैठ गए। गुरुदेव किरपा करन साडी अवस्था ऐसी बने, पहला चलो चंगा लगे, जप करना चंगा लगे। जिस दिन अजे तो ज्ञान करके चंगा लगता है ना, जो मन जपन लग पवे, जप रहे हाँ, उठ नूं चेती ना करे, कले बैठे पानी सुन रहे हैं, मान लो कोई कैसेट ही अपन लाई हुई है, कीर्तन लाया, उठ नूं चेती ना। हाँ तो साढ़े कोई नहीं सहूलतां ने, असीं निक्के निक्के डिवाइसां दे राहीं भी लाइव दरबार का कीर्तन सुन सकते हैं। कीर्तन लगा के बैठ के उठों का चेती ना करे, समझ लो पहली पौड़ी आप चढ़ गए। महाराज कहने लगे सानू तो इदा होया, जप हर हर, जप हर हर नाम, मेरा मन भाया राम। पहली गल मेरे मन नूं चंगा लग गया। पुछे तुहानूं चंगा किवें लग गया, तुसीं किस अवस्था ते जाके सुनिया? याद रखना सुनना तो ना करना दे नाल ही है, पर अवस्था बदलनी है। इनू अवस्था भेद कहते हैं। इत्थे बैठे होए अवस्था बदलियां ने, इत्थे बैठे नहीं, साढ़े 5 स्टैप तो सानू पता अवस्था बदलदियां ने। जिथे जाके एक अवस्था होंदी है संत संगत, असीं तुसीं ही बैठे बैठे इस 5वें पड़ाव से जो माहौल बन जाता है भी कोई आ जाए, राम हृदय बसाई हिरदे च राम बस जाएगा। संत संगत बस एक ही पहुँचे, संत संगत ते पहुँच गई तो राम हृदय बसाई राम हिरदे च, तो जो तो नहीं तो ठीक है, तुरंत फिरदे ही अजे शरीर इत्थे ने, असीं सज्जे खब्बे दीवारां टक्करां मारदे फिरदे हैं, कदे घर दियां कदे दुकानां दियां। दूजी अवस्था किस तरह, किस अवस्था ते जाके सुना? कहने लगे जब जप हो रहा सी ना, मैं तो सुनिया कि मेरा गुरु सुना रहे ने, जिन्होंने किते किते अभ्यासी कहते ने, बोलदियां 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 सुनना आरंभ हो जाए, तो सुनदियां सुनदियां बाहर दे बोल बंद हो जाएंगे तो सुनना जारी रहेगा। ये दूजी अवस्था दे दूजा पड़ाव मिले। गुरु किरपा करन सानू किते मिले। पहला तो जिवें मैं बोल रहा तो आप सुन रहे हो, फिर किते आप ही बोलते जाइए वाहिगुरू वाहिगुरू बोल रहे हैं ना। सारे की कहते हैं पहला भाई बोल के जपिया करो, बोल रहे हैं, कन सुन रहे ने। कुछ समय बाद ये बोल बंद हो जान, नाल दे बैठे जी नूं नहीं पता लग रहा भी तुसीं की बोल रहे हो, पर तुसीं ते सुन रहे हो। तो दूजी अवस्था है सुन। कित्थों की सुनिया? मुख गुरमुख। उदों कौन बोलता है? जदों साडा मन ये बोलना बंद कर देंदा है तो गुरु बोलना आरंभ कर देंदा है। बस जिन्ना चिर मन बोलता रहिंदा है उन्ना चिर गुरु नहीं बोलते। तो जो मन चुप कर जाता है फिर गुरु बोलते हैं। वो तो सदा ही बोलते हैं, तो लगातार बोलते हैं, तो दिन रात जपते बोलते रहते हैं। बोल उत्थे तो शब्द की गूंज हर वक्त है, उस नूं ते अनहद कहते हैं। कि लगे मुख गुरमुख, मुख गुरमुख जपिया है, लेकिन किहदे सदके? गुरमुख दे, गुरु दे सदके। हुण दूजी अवस्था ते सुन रहे हैं बिल्कुल सुचेत, तो लगता जो कि जप रहे हैं। अभ्यासी किते किते गुरु कृपा करे ऐसा लगे बैठे हैं अपने बिस्तर ते टेक ला के, अपने सोफे ते टेक ला के ते सुन रहे होइए कीर्तन। गुरु कृपा करन कदे साडे कन्नां च कीर्तन की गूंज चंकार सुन के केंद्रियां तह अनहद शब्द उजारा है, उत्थे शब्द का प्रकाश है, उत्थे शब्द बजते ने। उस अनहद नूं, वो अनहद तो मैं नहीं गल करदा जे आ शब्द ही किते ध्यान च आ जाए, कीर्तन की लै ही कदे अण वजे, कह लगे सुनिए गुरु नूं, किते गुरु नूं सुनना आरंभ कर दईए। बोलना बंद, सुनना शुरू। इसे करके कहंदे ने भाई सियाणे मनुख की पहचान की है? वो घट बोलता है बहुता सुनता है। तो नादान बंदे की पहचान की है? वो घट सुनता है बहुता बोलता है। आ साडे घर परिवार च देख लेना, इदां बहुते ना लोग बहुता बोलते ने घट सुनते ने। तो जिहड़ा व्यक्ति घट बोलता है तो बहुता सुनता है, समझना जीवन करके साडे तो गहरा है। मुख गुरमुख जप। जदों इस अवस्था ते जप दे पहुँच गया, फिर की होया? कहन लगे आर सब रोग गवाया राम। फिर सारे दे सारे रोग मिट जाते ने, तन दे रोग मन दे रोग मिट जाते ने। आ रोज़ पढ़ते हैं दुख रोग संताप उतरे सुनी सच्ची बाणी, क्योंकि उत्थे वाजे अनहदूरे वजदे। सुनिए रोग गवाया राम, गुरमुख जप सब रोग गवाया। गुरु दे सदके फिर जप चलदा है, मुख नहीं बोलता। हुण
पर सुनता है गुरु के सदके, तो गुरु के नाल जपन लग पे। इसे करके कहते हैं गुरु के नाल जपिया करो। पहला असीं गुरमुखां दे नाल जपदे आ, संगत विच मिल के जपदे आ, फिर गुरु के नाल जपना शुरू कर दिए। गुरुमुख जप सब रोग गवाया। हुण किहड़ा रोग गवाया जी? तन का रोग तो बहुत पहला मिट जाता है, फिर हौमै का रोग मिटन लग पैंदा है, फिर सब तो बड़ा दीर्घ रोग है ना वो भी मिट जाता है। गुरुमुख जप सब रोग गवाया, अरोगत भय शरीरा। फिर वो शरीर करके तन मन करके तंदुरुस्त अरोग हो गए। किसी प्रकार का रोग तब बीमारी तन च रही कोई नहीं। हुण की कहिंदे? अन दिन सहज समाध हर लागी। हुण ते हर वक्त समाधि च रहिंदे ने। ਇਹਦਾ मतलब ये नहीं कि हम कार विहार नहीं करते, नहीं। समाधि, समाधि मतलब है मन टिकिया रहिंदा, अपने आप च टिकिया रहिंदा। कार विहार हो गए, गलबात किस ने की, फिर इसी अवस्था ते पहुंचा है व्यक्ति कदे बोर नहीं होएगा। असी कदे कदे कहने ना मैं घर 2 घंटे कल्ले बोर हो गए हाँ, सफ़र कल्ले करना बोर हो गए, न्याणे नूं लैके चलो, तुसीं नाल चलो, कल्लियां सफ़र नहीं हुंदा, बोर हो जिदे। कदे गुरमुखां तो पुछे जे कल्ले बोर होए हो? जिस दिन साडे जीवन च बोरीयत निकल गई, समझ लो असीं बहुत प्राप्तियां दे राह ते तुर पए। जिंदगी च बोरीयत निकल जाए, क्योंकि पता है मैं कल्ला तो है ही नहीं। जदों दुनिया के पासे गलबात मुकी, अंदरली गलबात शुरू। बोरीयत कादी? बोरीयत मिटाने वास्ते गलबात ही करते ना असीं, होर तो सड़कों को तीजी जुगत है ही नहीं कि बोरीयत मिटाने वास्ते असीं कोई कबड्डी खेलांगे, नहीं। बोरीयत मिटाने वास्ते असीं केवल गलबात करते हाँ। तो कदे लोकां नाल गलबात कर लई, कदे लोकां दे मालक नाल गलबात कर लई। भगत कदे बोर नहीं, 4-4 6-6 घंटे सफ़र करते हैं, बैठे चुप बैठे रहिंदे ने। 20-20 घंटे सफ़र करदे वेखिआ बिना बोलिया, सिर्फ भोजन प्रशाद की। किसी क्या जी प्रशाद रोटी खानी है, हाँ जी ले आओ, चाह पीनी है ले आओ, बस इस तो बाद बोल ही नहीं। तादी बोरित ने निरंतर अपने मित्रों नाल सांझ है। तो मित किहड़ा? मीत करे सोई हमारा, उस मित्र नाल सांझ है, उत्थे बोरीयत नहीं है। अन दिन सहज समाध हर लागी। पता है क्यों? हर जपिया गहर गंभीरा। उन्हें जप लिया है गहर गंभीर गुरबाणी नूं, जप लिया है वाहिगुरू नूं। ते महाराज कहने लगे भाई जात अजात नाम जिन ते आया। इत्थे कोई जाति का मतलब नहीं कि किहड़ा जात अजात हुंदे आ, क्योंकि उन्हां वास्ते वरतिया गया है जिहड़े कहंदे कोई जी फलाणी जाति ते फलाणी जात ते फलाणी बरादरी। आ साडे च अजे तक चली जांदा है, आ फलाणी बरादरी वाले की करदे, फलाणी जात। महाराज कहने लगे कोई जपे, इत्थे जात अजात का मतलब ही नहीं। किसी ने भी जपिया, कोई वड्डी जात आ कोई छोटी जात आ, नाम जपने की कोई कीमत नहीं। साडे तुहाडे संसारिक लोकां लई होवेगी, पर जिन भी नाम ध्याया तिन परम पदार्थ पाया। उसने ही वाहिगुरू जी के नाम नूं परम पदार्थ की प्राप्ति की है। तो कहने लगे जुगत फिर कहने जप हर हर, जप हर हर नाम मेरा मन पाया। जदों वाहिगुरू वाहिगुरू जपदियां ये जप चंगा लगन लग पिया, नाम सिमरना जप करना चंगा लगन लग पिया। समझ लो ये राह शुरू हो गया। फिर मंजिलों ते आपे पहुँचे, अलग अलग पड़ाव आउणगे ते मंजिल परम पद है, मत मंजिल परम पदार्थ है। गुरुदेव कृपा करन सानू प्राप्त हो सके। भुल चुक दी खिमा, आसीस अते प्यार दिंदा फतेह बुलावना। वाहिगुरू जी का खालसा, वाहिगुरू जी की फतेह।